ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਈ ਮਨਦੀਪ ਕੌਰ ਦੇ ਵਿੱਚ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਧਾਰਮਿਕ ਯਾਤਰਾ ਦੇ ਪਾਰਟ 2 ਬਾਰੇ ਅਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਬਾਰੇ। ਉੱਥੋਂ ਚੱਲ ਕੇ ਗੁਰੂ ਜੀ ਨੇ ਤਮਤਾਣ ਪਿੰਡ ਆਣ ਡੇਰਾ ਕੀਤਾ। ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਦਰਸ਼ਨ ਕਰਨ ਆਏ। ਇੱਕ ਜੱਟ ਨੇ ਦੁੱਧ ਦਾ ਚਾਟਾ ਭਰ ਕੇ ਗੁਰੂ ਜੀ ਅੱਗੇ ਆਣ ਰੱਖਿਆ ਤੇ ਮੱਥਾ ਟੇਕ ਕੇ ਸਾਹਮਣੇ ਬੈਠ ਕੇ ਦਰਸ਼ਨ ਕਰਨ ਲੱਗਾ। ਗੁਰੂ ਜੀ ਨੇ ਦੁੱਧ ਵੇਖ ਕੇ ਕਿਹਾ, ਇਹ ਦੁੱਧ ਲਹੂ ਸਮਾਨ ਹੈ, ਸਾਡੇ ਪੀਣ ਦੇ ਯੋਗ ਨਹੀਂ ਹੈ, ਇਸ ਨੂੰ ਚੁੱਕ ਕੇ ਲੈ ਜਾਓ। ਰਾਹਕ ਜੱਟ ਨੇ ਹੱਥ ਜੋੜ ਕੇ ਕਿਹਾ, ਮਹਾਰਾਜ, ਇਹ ਹੋਰ ਕੁਝ ਨਹੀਂ ਹੈ, ਸਾਫ਼ ਦੁੱਧ ਹੀ ਹੈ। ਮੈਂ ਬੜੇ ਪ੍ਰੇਮ ਨਾਲ ਇਸ ਨੂੰ ਲਿਆਂਦਾ ਹੈ, ਆਪ ਇਸ ਨੂੰ ਛਕਣਾ ਕਰੋ। ਗੁਰੂ ਜੀ ਨੇ ਕਿਹਾ, ਇਹ ਦੁੱਧ ਕਿਸ ਦਾ ਹੈ, ਗਾਂ ਦਾ ਜਾਂ ਮੱਝ ਦਾ? ਰਾਹਕ ਨੇ ਕਿਹਾ, ਜੀ ਮੇਰੇ ਘਰ ਮੱਝ ਹੈ, ਇਹ ਉਸ ਦਾ ਦੁੱਧ ਹੈ। ਮੱਝ ਦਾ ਬੱਚਾ ਮਰ ਗਿਆ ਹੋਇਆ ਹੈ, ਉਹ ਹੋਰ ਕਿਸੇ ਨੂੰ ਹੇਠਾਂ ਬੈਠਣ ਨਹੀਂ ਦਿੰਦੀ। ਮੈਂ ਉਸ ਨੂੰ ਮੂੜਾ ਦੇ ਕੇ ਉਸ ਦਾ ਸਾਰਾ ਦੁੱਧ ਚੋ ਕੇ ਲਿਆਂਦਾ ਹੈ। ਉਸ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਬਾਂਗਰ ਦੇ ਲੋਕ ਬਹੁਤ ਕਠੋਰ ਹਨ, ਜ਼ੋਰ ਨਾਲ ਬੁਝੇ ਦੇ ਕੇ ਮਈ ਗਾਈ ਨੂੰ ਚੋਂਦੇ ਹਨ। ਇਹਨਾਂ ਨੂੰ ਬਾਰੰਬਾਰ ਸਿੱਖਿਆ ਦੇ ਕੇ ਵਿਕਾਰਾਂ ਤੋਂ ਹਟਾਇਆ ਹੈ, ਪਰ ਇਹ ਨਹੀਂ ਸਮਝਦੇ। ਗੁਰੂ ਜੀ ਨੇ ਇਹ ਬਚਨ ਕਰਕੇ ਦੁੱਧ ਵਾਪਿਸ ਕਰ ਦਿੱਤਾ। ਗੁਰੂ ਜੀ ਦਾ ਡੇਰਾ ਉੱਥੇ ਕੁਝ ਦਿਨ ਟਿਕਿਆ ਰਿਹਾ। ਰੋਜ਼ ਅਤੁੱਟ ਲੰਗਰ ਚੱਲਦਾ, ਸੈਂਕੜੇ ਲੋਕ ਦਰਸ਼ਨ ਕਰਨ ਵਾਸਤੇ ਆਉਂਦੇ ਤੇ ਲੰਗਰ ਛਕ ਕੇ ਤ੍ਰਿਪਤ ਹੁੰਦੇ। ਗੁਰਸਿੱਖ ਭੇਟਾ ਅਰਪਣ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਮਨੋਕਾਮਨਾ ਪੂਰੀਆਂ ਕਰਦੇ। ਗੁਰੂ ਜੀ ਨੇ ਇੱਥੇ ਬਹੁਤ ਦਿਨ ਡੇਰਾ ਰੱਖਿਆ। ਭਾਈ ਮੇਹਾ ਗੁਰੂ ਜੀ ਦੀ ਬੜੇ ਪ੍ਰੇਮ ਨਾਲ ਸੇਵਾ ਕਰਦਾ ਸੀ। ਗੁਰੂ ਜੀ ਦਾ ਡੇਰਾ ਪਾਣੀ ਤੋਂ ਬਹੁਤ ਦੂਰ ਸੀ। ਇਹ ਗੁਰੂ ਜੀ ਦੀ ਲੋੜ ਅਨੁਸਾਰ ਆਪਣੇ ਸਿਰ ਉੱਤੇ ਗਾਗਰ ਚੁੱਕ ਕੇ ਸਾਰਾ ਦਿਨ ਪਾਣੀ ਢੋਂਦਾ ਰਹਿੰਦਾ ਸੀ। ਪ੍ਰੇਮਾ ਭਗਤੀ ਵਿੱਚ ਇਸਦਾ ਮਨ ਰੰਗਿਆ ਹੋਇਆ ਸੀ। ਕਿਸੇ ਨਾਲ ਬਹੁਤਾ ਨਹੀਂ ਸੀ ਬੋਲਦਾ, ਕਦੀ ਵਿਹਲਾ ਨਹੀਂ ਸੀ ਬੈਠਦਾ। ਅੱਠੇ ਪਹਿਰ ਗੁਰੂ ਜੀ ਦੀ ਸੇਵਾ ਵਿੱਚ ਲੱਗਾ ਰਹਿੰਦਾ ਸੀ। ਥੋੜ੍ਹਾ ਖਾਂਦਾ ਸੀ, ਸਵਾਦ ਨਾ ਸਵਾਦ ਦੀ ਵਿਚਾਰ ਨਹੀਂ ਸੀ ਕਰਦਾ। ਗੁਰੂ ਜੀ ਉੱਤੇ ਬਹੁਤ ਸ਼ਰਧਾ ਰੱਖਦਾ ਸੀ। ਗੁਰੂ ਜੀ ਦੇ ਡੇਰੇ ਵਿੱਚ ਪਾਣੀ ਦੀ ਥੁੜ ਨਹੀਂ ਸੀ ਹੋਣ ਦਿੰਦਾ। ਗਾਗਰ ਦੇ ਚੁੱਕਣ ਨਾਲ ਇਸ ਦੇ ਸਿਰ ਦਾ ਮਾਸ ਛਿੱਲਿਆ ਗਿਆ ਅਤੇ ਫਿਰ ਉਹ ਜ਼ਖਮ ਪ੍ਰਤੀ ਦਿਨ ਵੱਧਦਾ ਗਿਆ, ਪਰ ਇਹ ਜ਼ਖਮ ਦੀ ਪੀੜ ਦੀ ਕੋਈ ਪਰਵਾਹ ਨਾ ਕਰਦਾ ਹੋਇਆ ਪਾਣੀ ਢੋਂਦਾ ਹੀ ਰਿਹਾ। ਸਾਰੇ ਡੇਰੇ ਨੂੰ ਇਸ਼ਨਾਨ ਕਰਾਉਂਦਾ ਅਤੇ ਲੰਗਰ ਵਿੱਚ ਵਰਤਣ ਤੇ ਪੀਣ ਵਾਸਤੇ ਸਾਰਾ ਪਾਣੀ ਢੋਂਦਾ। ਜਦ ਕੁਝ ਦਿਨ ਇਸ ਤਰ੍ਹਾਂ ਹੀ ਬੀਤ ਗਏ ਤਾਂ ਮੇਹੇ ਦੇ ਸਿਰ ਦੇ ਜ਼ਖਮ ਵਿੱਚ ਕੀੜੇ ਪੈ ਗਏ। ਸਿਰ ਉੱਤੇ ਸਦਾ ਹੀ ਇਹਨੂੰ ਬੰਨ੍ਹੀ ਰੱਖਦਾ ਸੀ। ਉਸ ਦੀ ਰਗੜ ਨਾਲ ਵੀ ਜ਼ਖਮ ਨੂੰ ਪੀੜ ਹੁੰਦੀ, ਪਰ ਮੇਹਾ ਪੀੜ ਦੀ ਕੋਈ ਪਰਵਾਹ ਨਹੀਂ ਸੀ ਕਰਦਾ। ਇੱਕ ਦਿਨ ਸੁਭਾਵਿਕ ਹੀ ਜਦ ਮੇਹੇ ਨੇ ਸਿਰ ਤੋਂ ਇੰਨੂ ਲਾਹਿਆ ਤਾਂ ਉਸ ਨੂੰ ਵਿੱਚੋਂ ਕੁਝ ਕੀੜੇ ਹੇਠਾਂ ਡਿੱਗ ਪਏ। ਮੇਹੇ ਨੇ ਵਿਚਾਰਿਆ ਕਿ ਇਹ ਮਾਸ ਕਿੱਥੋਂ ਖਾਣਗੇ ਅਤੇ ਮਾਸ ਖਾਏ ਤੋਂ ਬਿਨਾਂ ਇਹ ਸ਼ੀਘਰ ਹੀ ਮਰ ਜਾਣਗੇ। ਇਹਨਾਂ ਦੇ ਜੀਵਨ ਦਾ ਉਪਾਅ ਮੇਰੇ ਸਿਰ ਤੋਂ ਬਿਨਾਂ ਹੋਰ ਕਿਤੇ ਨਹੀਂ ਹੋ ਸਕਦਾ। ਇਸ ਵਾਸਤੇ ਉਸਨੇ ਧਰਤੀ ਉੱਤੇ ਕੀੜੇ ਚੁੱਕ ਕੇ ਫਿਰ ਆਪਣੇ ਸਿਰ ਉੱਤੇ ਤੇ ਜ਼ਖਮ ਉੱਤੇ ਹੀ ਰੱਖ ਦਿੱਤੇ। ਇਹ ਗੱਲ ਵੇਖ ਕੇ ਮਾਤਾ ਨਾਨਕੀ ਜੀ ਦੇ ਮਨ ਵਿੱਚ ਦਇਆ ਆ ਗਈ। ਮਾਤਾ ਜੀ ਨੇ ਕਿਹਾ, ਮੇਰੇ ਭਾਈ, ਤੂੰ ਬਹੁਤ ਪ੍ਰੇਮ ਨਾਲ ਗੁਰੂ ਘਰ ਦੀ ਸੇਵਾ ਕੀਤੀ ਹੈ। ਆਪਣੇ ਸਿਰ ਵਿੱਚ ਪਏ ਹੋਏ ਕੀੜਿਆਂ ਦੀ ਵੀ ਤੂੰ ਪਰਵਾਹ ਨਾ ਕੀਤੀ ਤੇ ਸੇਵਾ ਵਿੱਚ ਫਰਕ ਨਹੀਂ ਪੈਣ ਦਿੱਤਾ। ਮੇਹੇ ਨੇ ਕਿਹਾ, ਮਾਤਾ ਜੀ, ਮੈਨੂੰ ਆਪਣੇ ਸਰੀਰ ਦੀ ਪਰਵਾਹ ਨਹੀਂ ਹੈ। ਜੇ ਮੇਰੀ ਸੇਵਾ ਪ੍ਰਵਾਨ ਹੋ ਗਈ ਤਾਂ ਇਹਨਾਂ ਕੀੜਿਆਂ ਦੀ ਵੀ ਕਲਿਆਣ ਹੋ ਜਾਏਗੀ। ਮੇਹਾ ਗਾਗਰ ਚੁੱਕ ਕੇ ਫੇਰ ਪਾਣੀ ਲੈਣ ਚਲਾ ਗਿਆ। ਜਦ ਗੁਰੂ ਜੀ ਮਾਤਾ ਜੀ ਪਾਸ ਬੈਠੇ ਤਾਂ ਮਾਤਾ ਜੀ ਨੇ ਮੇਹੇ ਦੇ ਸਿਰ ਕੀੜਿਆਂ ਵਾਲੀ ਸਾਰੀ ਗੱਲ ਦੱਸੀ ਅਤੇ ਕਿਹਾ, ਇਸਨੇ ਬਹੁਤ ਸੇਵਾ ਕਮਾਈ ਹੈ, ਹੁਣ ਇਸਨੂੰ ਨਿਹਾਲ ਕਰ ਦਿਓ। ਜੋ ਇਹ ਮੰਗੇ ਉਹੀ ਇਸਨੂੰ ਦੇਣਾ ਕਰੋ। ਮਾਤਾ ਨਾਨਕੀ ਜੀ ਦੇ ਬਚਨ ਸੁਣ ਕੇ ਗੁਰੂ ਜੀ ਨੇ ਮੇਹੇ ਨੂੰ ਸੱਦ ਕੇ ਆਖਿਆ, ਤੇਰੀ ਸੇਵਾ ਗੁਰੂ ਘਰ ਵਿੱਚ ਪ੍ਰਵਾਨ ਹੋ ਗਈ ਹੈ, ਹੁਣ ਜਾਓ। ਤੁਹਾਨੂੰ ਮਹੰਤ ਦਿੱਤੀ। ਇਹ ਤੇਰੇ ਸਿਰ ਦੇ ਕੀੜੇ ਜਿਨ੍ਹਾਂ ਦੀ ਤੂੰ ਕਲਿਆਣ ਚਾਹੁੰਦਾ ਹੈ, ਇਹ ਤੇਰੇ ਸਿੱਖ ਬਣਨਗੇ। ਇੱਕ ਥਾਂ ਡੇਰਾ ਕਰਕੇ ਬੈਠ ਜਾਓ ਅਤੇ ਸਤਿਨਾਮ ਦਾ ਪ੍ਰਚਾਰ ਕਰੋ। ਇਹ ਬਚਨ ਕਰਕੇ ਗੁਰੂ ਜੀ ਨੇ ਮੇਹੇ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ, ਜਿਸ ਨਾਲ ਮੇਹੇ ਨੂੰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਗਿਆ। ਗੁਰੂ ਜੀ ਪਾਸ ਇੱਕ ਬੜਾ ਸੁੰਦਰ ਥੈਲਾ ਸੀ। ਉਹ ਮੇਹੇ ਨੂੰ ਬਖਸ਼ ਕੇ ਇੱਕ ਨਗਾਰਾ ਅਤੇ ਭਗਵਾਂ ਝੰਡਾ ਦੇ ਕੇ ਮਹੰਤ ਬਣਾ ਕੇ ਵਿਦਾ ਕਰ ਦਿੱਤਾ।
ਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰਕੇ ਭਾਈ ਮੀਆਂ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਸਥਾਨ ਨੂੰ ਚਲਿਆ ਗਿਆ। ਸਤਿਨਾਮ ਦਾ ਜਾਪ ਤੇ ਲੰਗਰ ਭਾਈ ਮੀਆਂ ਦੇ ਡੇਰੇ ਅਤੁੱਟ ਵਰਤਣ ਲੱਗਾ। ਇਸ ਨਗਰ ਵਿੱਚ ਬਹੁਤ ਸਮਾਂ ਠਹਿਰੇ ਰਹੇ ਇੱਕ ਜ਼ਿਮੀਂਦਾਰ ਗੁਰੂ ਜੀ ਪਾਸ ਬੜੀ ਨਿਮਰਤਾ ਨਾਲ ਸੇਵਾ ਕਰਦਾ ਰਹਿੰਦਾ ਸੀ। ਗੁਰੂ ਜੀ ਨੇ ਉਸ ਉੱਤੇ ਪ੍ਰਸੰਨ ਹੋ ਕੇ ਜਿੰਨਾ ਧਨ ਸੰਗਤਾਂ ਵੱਲੋਂ ਭੇਟਾਂ ਦਾ ਇਕੱਠਾ ਹੋਇਆ ਸੀ, ਉਹ ਸਾਰਾ ਹੀ ਉਸਨੂੰ ਦੇ ਦਿੱਤਾ ਅਤੇ ਆਖਿਆ, ਇਸ ਧਨ ਨਾਲ ਆਪਣੇ ਨਗਰ ਵਿੱਚ ਇੱਕ ਬੜਾ ਵੱਡਾ ਖੂਹ ਲਗਵਾਉਣਾ, ਪਾਸ ਹੀ ਧਰਮਸ਼ਾਲਾ ਬਣਵਾਉਣੀ ਅਤੇ ਉਸ ਵਿੱਚ ਕਿਸੇ ਸਿੱਖ ਸਾਧ ਨੂੰ ਬਿਠਾਉਣਾ, ਖੂਹ ਦੇ ਪਾਸ ਫਲਾਂ ਅਤੇ ਬ੍ਰਿਛਾਂ ਦਾ ਬਾਗ ਲਗਾਉਣਾ, ਲੋਭ ਨਾ ਕਰਨਾ। ਜੇ ਇਸ ਧਨ ਦਾ ਲਾਲਚ ਕਰਕੇ ਹੋਰ ਕਿਤੇ ਖਰਚ ਕਰੋਗੇ ਤਾਂ ਸਭ ਕੁਝ ਵਿਅਰਥ ਹੋ ਜਾਏਗਾ। ਇਹ ਆਗਿਆ ਕਰਕੇ ਗੁਰੂ ਜੀ ਅੱਗੇ ਨੂੰ ਤੁਰ ਪਏ। ਜਦ ਗੁਰੂ ਜੀ ਧਨ ਦੇ ਕੇ ਚਲੇ ਗਏ ਤਾਂ ਜ਼ਿਮੀਂਦਾਰ ਨੂੰ ਲੋਭ ਹੋ ਗਿਆ। ਗੁਰੂ ਜੀ ਦਾ ਦੱਸਿਆ ਹੋਇਆ ਕੋਈ ਕਾਰਜ ਨਹੀਂ ਸੀ ਕਰਨਾ ਚਾਹੁੰਦਾ, ਪਰ ਗੁਰੂ ਜੀ ਦੇ ਸਰਾਪ ਤੋਂ ਡਰ ਕੇ ਉਸਨੇ ਸਲਾਹ ਕੀਤੀ ਕਿ ਖੂਹ ਆਪਣੀਆਂ ਖੇਤੀਆਂ ਵਿੱਚ ਲਗਵਾ ਦਿੰਦੇ ਹਾਂ। ਇਸ ਨਾਲ ਗੁਰੂ ਜੀ ਦਾ ਹੁਕਮ ਵੀ ਮੰਨਿਆ ਜਾਵੇਗਾ ਤਾਂ ਆਪਣਾ ਨਿੱਜੀ ਕੰਮ ਵੀ ਸੌਰ ਜਾਵੇਗਾ। ਉਸ ਦੇ ਪਾਸ ਹੀ ਆਪਣਾ ਬਾਗ ਲਗਵਾ ਲਵਾਂਗਾ, ਜਿਨ੍ਹਾਂ ਦਾ ਸੁੱਖ ਪੁੱਤਰ ਪੋਤਰੇ ਭੋਗਣਗੇ। ਇਹ ਵਿਚਾਰ ਕਰਕੇ ਉਸਨੇ ਕਾਰੀਗਰਾਂ ਨੂੰ ਬੁਲਾ ਕੇ ਆਪਣੇ ਖੇਤ ਵਿੱਚ ਖੂਹ ਪੁੱਟਣਾ ਆਰੰਭ ਕਰ ਦਿੱਤਾ। ਪਰ ਜਦ ਉਸ ਵਿੱਚ ਚੱਕ ਉਤਾਰਿਆ ਗਿਆ ਤਾਂ ਉਹ ਉੱਥੇ ਹੀ ਖਲੋ ਗਿਆ, ਬਹੁਤ ਜ਼ੋਰ ਲਾਉਣ ਤੇ ਵੀ ਹੇਠਾਂ ਨਾ ਉਤਰਿਆ। ਧਮਧਾਣ ਵਿੱਚ ਇਹ ਖੂਹ ਦੀ ਖੁੰਡਲ ਅਜੇ ਵੀ ਜ਼ਿਮੀਂਦਾਰ ਦੇ ਖੇਤ ਵਿੱਚ ਉਜਾੜ ਪਈ ਹੈ। ਜ਼ਿਮੀਂਦਾਰ ਨੇ ਲੋਭ ਕਰਕੇ ਆਪਣਾ ਸਭ ਕੁਝ ਨਾਸ਼ ਕਰ ਲਿਆ। ਧਮਧਾਣ ਤੋਂ ਚੱਲ ਕੇ ਗੁਰੂ ਜੀ ਸਰਸਵਤੀ ਤੀਰਥ ਕਿਨਾਰੇ ਪਹੁੰਚੇ। ਇਹ ਤੀਰਥ ਦੇ ਚੁਫੇਰੇ ਚਾਰੇ ਜਸ਼ ਉੱਤੇ ਉਸ ਦੀ ਰਾਖੀ ਕਰਦੇ ਦੱਸੇ ਜਾਂਦੇ ਹਨ। ਉਹ ਪਿੰਡ ਤੀਰਥ ਤੋਂ ਪੱਛਮ ਵੱਲ ਸੀ। ਉਸ ਪਿੰਡ ਦਾ ਨਾਮ ਬਹਿਰ ਜੱਖ ਸੀ। ਗੁਰੂ ਜੀ ਨੇ ਉੱਥੇ ਲੋਕਾਂ ਨੂੰ ਪੁੱਛਿਆ, ਇੱਥੇ ਕੋਈ ਗੁਰੂ ਘਰ ਦਾ ਸਿੱਖ ਵੀ ਰਹਿੰਦਾ ਹੈ ਕਿ ਨਹੀਂ? ਇੱਕ ਆਦਮੀ ਨੇ ਕਿਹਾ, ਹਾਂਜੀ, ਇੱਥੇ ਇੱਕ ਤਰਖਾਣ ਸਿੱਖ ਰਹਿੰਦਾ ਹੈ। ਉਹ ਦੱਸਣ ਵਾਲਾ ਆਦਮੀ ਹੀ ਗੁਰੂ ਜੀ ਨੂੰ ਉਸ ਤਰਖਾਣ ਸਿੱਖ ਦੇ ਘਰ ਲੈ ਗਿਆ ਅਤੇ ਉਸਨੇ ਕਿਹਾ, ਗੁਰੂ ਜੀ ਆਏ ਹਨ। ਤਰਖਾਣ ਨੇ ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਬੜੇ ਪ੍ਰੇਮ ਨਾਲ ਆਪਣੇ ਘਰ ਉਤਾਰਾ ਦੇ ਕੇ ਯਥਾ ਸ਼ਕਤੀ ਅੰਨ ਜਲ ਦੀ ਸੇਵਾ ਕੀਤੀ। ਗੁਰੂ ਜੀ ਰਾਤ ਦਾ ਵਿਸ਼ਰਾਮ ਕਰਕੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸੁਰਸਤੀ ਤੇ ਗਏ ਅਤੇ ਇਸ਼ਨਾਨ ਕਰਕੇ ਆਪਣੇ ਨਿੱਜ ਸਰੂਪ ਦਾ ਧਿਆਨ ਧਰ ਕੇ ਬੈਠ ਗਏ। ਸੂਰਜ ਚੜ੍ਹੇ, ਬ੍ਰਾਹਮਣ ਲੋਕ ਵੀ ਆ ਗਏ। ਗੁਰੂ ਜੀ ਨੇ ਸਭ ਨੂੰ ਦਾਨ ਦਿੱਤਾ। ਦਾਨ ਲੈ ਕੇ ਉਹ ਗੁਰੂ ਜੀ ਦੀ ਮਹਿਮਾ ਕਰਦੇ ਹੋਏ ਘਰਾਂ ਨੂੰ ਚਲੇ ਗਏ। ਉੱਥੇ ਤਰਖਾਣ ਸਿੱਖ ਪਾਸ ਗੁਰੂ ਜੀ 3 ਦਿਨ ਟਿਕੇ ਰਹੇ। ਉਸ ਨੂੰ ਨਾਮ ਦਾ ਨਿਹਾਲ ਕਰਕੇ ਉੱਥੋਂ ਗੁਰੂ ਜੀ ਅੱਗੇ ਵੱਲ ਨੂੰ ਚੱਲ ਪਏ। ਤਰਖਾਣ ਸਿੱਖ ਪਾਸੋਂ ਤੁਰਨ ਲੱਗਿਆਂ ਗੁਰੂ ਜੀ ਨੇ ਉਸਨੂੰ ਪੁੱਛਿਆ, ਹੁਣ ਅਸੀਂ ਕੈਂਥਲ ਜਾ ਰਹੇ ਹਾਂ, ਉੱਥੇ ਕੋਈ ਸਿੱਖ ਹੈ ਕਿ ਨਹੀਂ? ਉਸਨੇ ਕਿਹਾ, ਮਹਾਰਾਜ, ਕੈਂਥਲ ਵਿੱਚ ਸਿੱਖਾਂ ਦੇ 3 ਘਰ ਹਨ। ਇਹਨਾਂ ਵਿੱਚੋਂ ਇੱਕ ਸਾਡੀ ਜਾਤ ਦਾ ਹੈ ਤੇ 2 ਬਾਣੀਏ ਹਨ। ਗੁਰੂ ਜੀ ਨੇ ਕਿਹਾ, ਤੂੰ ਸਾਡੇ ਨਾਲ ਚੱਲ ਕੇ ਉਹਨਾਂ ਦੇ ਘਰ ਵਿਖਾ ਦੇ। ਉੱਥੋਂ ਕੈਂਥਲ 8 ਕੋਹ ਸੀ। ਉਹ ਤਰਖਾਣ ਸਿੱਖ ਗੁਰੂ ਜੀ ਨਾਲ ਕੈਂਥਲ ਆ ਗਿਆ। ਪਹਿਲਾਂ ਗੁਰੂ ਜੀ ਨੇ ਬਾਹਰ ਬਾਗ ਵਿੱਚ ਡੇਰਾ ਲਾਇਆ। ਡੇਰਾ ਕਰਕੇ ਤਰਖਾਣ ਸਿੱਖ ਨੇ ਪੁੱਛਿਆ, ਮਹਾਰਾਜ, ਕਿਸ ਘਰ ਚੱਲੀਏ? ਗੁਰੂ ਜੀ ਨੇ ਕਿਹਾ, ਜਿਹੜਾ ਨੇੜੇ ਹੈ ਉਸ ਘਰ ਚੱਲੋ। ਤਦ ਤਰਖਾਣ ਦਾ ਘਰ ਨੇੜੇ ਜਾਣ ਕੇ ਗੁਰੂ ਜੀ ਨੇ ਉਸ ਦੇ ਘਰ ਲੈ ਗਿਆ। ਜਦ ਉਸਨੇ ਦੱਸਿਆ ਕਿ ਗੁਰੂ ਜੀ ਆਪ ਚੱਲ ਕੇ ਤੇਰੇ ਘਰ ਆਏ ਹਨ ਤੇ ਬਾਹਰ ਖੜ੍ਹੇ ਹਨ, ਤਾਂ ਉਹ ਸਿੱਖ ਬੜੇ ਚਾਅ ਨਾਲ ਉੱਠ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਬੜੇ ਆਦਰ ਨਾਲ ਆਪਣੇ ਘਰ ਡੇਰਾ ਕਰਵਾਇਆ ਤੇ ਯਥਾ ਸ਼ਕਤੀ ਪ੍ਰੇਮ ਨਾਲ ਸੇਵਾ ਕੀਤੀ। ਦੂਸਰੇ 2 ਬਾਣੀਏ ਸਿੱਖ ਵੀ ਗੁਰੂ ਜੀ ਦਾ ਆਉਣਾ ਸੁਣ ਕੇ ਬੜੇ ਪ੍ਰੇਮ ਨਾਲ ਭੇਟਾ ਲੈ ਕੇ ਆਏ ਅਤੇ ਦਰਸ਼ਨ ਕਰਕੇ ਗੁਰੂ ਘਰ ਨੂੰ ਚਲੇ ਗਏ। ਕੁਝ ਦਿਨ ਇੱਥੇ ਡੇਰਾ ਕਰਕੇ ਗੁਰੂ ਜੀ ਨੇ ਅੱਗੇ ਚੱਲਣ ਦੀ ਤਿਆਰੀ ਕਰ ਲਈ। ਜਿਸ ਤਰਖਾਣ ਦੇ ਘਰ ਵਿੱਚ ਗੁਰੂ ਜੀ ਨੇ ਡੇਰਾ ਕੀਤਾ ਸੀ, ਉੱਥੇ ਆਪ ਜੀ ਦੀ ਯਾਦ ਵਿੱਚ ਗੁਰਦੁਆਰਾ ਸੁਭਾਏਮਾਨ ਹੈ, ਜਿੱਥੇ ਸੰਗਤ ਜੁੜਦੀ ਹੈ ਤੇ ਕੀਰਤਨ ਹੁੰਦਾ ਹੈ। ਕੈਂਥਲ ਤੋਂ ਚੱਲ ਕੇ ਗੁਰੂ ਜੀ ਬਾਰਨੇ ਪਿੰਡ ਪਹੁੰਚੇ ਅਤੇ ਉੱਥੇ ਡੇਰਾ ਕੀਤਾ। ਨਗਰ ਦੇ ਇੱਕ ਆਦਮੀ ਨੂੰ ਗੁਰੂ ਜੀ ਨੇ ਪੁੱਛਿਆ, ਇੱਥੇ ਕੋਈ ਗੁਰੂ ਨਾਨਕ ਜੀ ਦਾ ਸਿੱਖ ਰਹਿੰਦਾ ਹੈ? ਉਸਨੇ ਕਿਹਾ, ਮਹਾਰਾਜ, ਇੱਕ ਜ਼ਿਮੀਂਦਾਰ ਸਿੱਖ ਹੈ। ਗੁਰੂ ਜੀ ਨੇ ਕਿਹਾ, ਉਸਨੂੰ ਸੱਦ ਲਿਆਓ। ਉਹ ਗਿਆ ਤੇ ਉਹ ਜ਼ਿਮੀਂਦਾਰ ਸਿੱਖ ਨੂੰ ਸੱਦ ਲਿਆਇਆ। ਜ਼ਿਮੀਂਦਾਰ ਨੇ ਆਣ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਤੁਸੀਂ ਮੇਰੇ ਘਰ ਚੱਲ ਕੇ ਡੇਰਾ ਕਰੋ,
ਮੈਂ ਆਪਣੀ ਖੇਤੀ ਦੀ ਕੂਤ ਕਰਾ ਆਵਾਂ। ਗੁਰੂ ਜੀ ਬੋਲੇ, ਤੂੰ ਕੂਤ ਕਰਾਉਣ ਨਾ ਜਾ, ਸਾਡੇ ਨਾਲ ਹੀ ਚੱਲ, ਤੇਰੀ ਖੇਤੀ ਦਾ ਗੁਰੂ ਰਾਖਾ ਹੈ। ਪਰ ਜੱਟ ਨੂੰ ਗੁਰੂ ਜੀ ਦੇ ਇਨ੍ਹਾਂ ਬਚਨਾਂ 'ਤੇ ਭਰੋਸਾ ਨਾ ਆਇਆ ਤੇ ਕਿਹਾ, ਜੀ ਮੈਂ ਛੇਤੀ ਹੀ ਕਾਰਜ ਕਰਕੇ ਆ ਜਾਂਦਾ ਹਾਂ। ਇਹ ਆਖ ਕੇ ਚਲਿਆ ਗਿਆ। ਖੇਤੀ ਦੀ ਮਿਣਤੀ ਹੋਣ ਲੱਗੀ ਤਾਂ ਉਹ ਅੱਗੇ ਜਿਹੜੀ 200 ਬਿੱਘਾ ਹੁੰਦੀ ਸੀ, ਇਸ ਵਾਰ ਕੇਵਲ 100 ਬਿੱਘਾ ਹੀ ਹੋਈ। ਜ਼ਿਮੀਂਦਾਰ ਹੈਰਾਨ ਹੋ ਗਿਆ। ਉਸਦੇ ਸ਼ਰੀਕਾਂ ਨੇ ਕਿਹਾ, ਮਿਣਤੀ ਕਰਨ ਵਾਲਾ ਵੱਢੀ ਖਾ ਗਿਆ ਹੈ। ਖੇਤੀ ਫੇਰ ਮਿਣੀ, ਪਰ 100 ਬਿੱਘੇ ਤੋਂ ਵੱਧ ਨਾ ਹੋਈ। ਇਸ ਨਾਲ ਜ਼ਿਮੀਂਦਾਰ ਦਾ ਗੁਰੂ ਜੀ ਉੱਤੇ ਪੱਕਾ ਨਿਸ਼ਚਾ ਬੱਝ ਗਿਆ। ਉਸਨੇ ਆਣ ਕੇ ਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ ਅਤੇ ਖੇਤੀ ਦੀ ਸਾਰੀ ਗੱਲ ਦੱਸੀ। ਗੁਰੂ ਜੀ ਨੇ ਕਿਹਾ, ਤੂੰ ਪਹਿਲਾਂ ਨਿਸ਼ਚਾ ਨਹੀਂ ਰੱਖਿਆ, ਹੁਣ ਤੇਰਾ ਅੱਧਾ ਕਾਰਜ ਕੀਤਾ ਹੈ। ਜੇਕਰ ਤੂੰ ਸਾਡੇ ਆਖੇ ਲੱਗ ਕੇ ਨਾ ਜਾਂਦਾ ਤਾਂ ਤੇਰਾ ਪੂਰਾ ਕਾਰਜ ਹੋ ਜਾਣਾ ਸੀ। ਜ਼ਿਮੀਂਦਾਰ ਗੁਰੂ ਜੀ ਉੱਤੇ ਬਹੁਤ ਨਿਸ਼ਚਾ ਕਰਕੇ ਘਰ ਲੈ ਗਿਆ ਅਤੇ ਖਾਣ-ਪਾਣ ਦੀ ਬਹੁਤ ਸੇਵਾ ਕੀਤੀ। ਰਾਤ ਵਿਸ਼ਰਾਮ ਕਰਕੇ ਗੁਰੂ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਅਤੇ ਸਿੱਖ ਨੂੰ ਸੱਦ ਕੇ ਉਸਨੂੰ ਉਪਦੇਸ਼ ਦਿੱਤਾ ਕਿ ਅੱਜ ਤੋਂ ਹੁੱਕਾ ਪਾਣੀ ਛੱਡ ਦੇ, ਸਿੱਖ ਸੰਗਤਾਂ ਦੀ ਸੇਵਾ ਕਰਿਆ ਕਰ। ਤੇਰਾ ਦੋਹਾਂ ਲੋਕਾਂ ਵਿੱਚ ਗੁਰੂ ਸਹਾਈ ਹੋਵੇਗਾ। ਜਦ ਤੱਕ ਤੇਰੀ ਬੰਸ ਹੁੱਕੇ ਦਾ ਤਿਆਗ ਕਰਕੇ ਖੇਤੀ ਕਰੇਗੀ, ਤਦ ਤੱਕ ਤੁਸੀਂ ਬਹੁਤ ਵਧੋਗੇ ਫੁੱਲੋਗੇ। ਪਰ ਜੇਕਰ ਹੁੱਕਾ ਫੇਰ ਪੀਣ ਲੱਗ ਪੈਣਗੇ ਤਾਂ ਤੇਰੀ ਕੁੱਲ ਦਾ ਧਨ ਨਾਸ਼ ਹੋ ਜਾਵੇਗਾ ਤੇ ਕੰਗਾਲ ਹੋ ਜਾਏਗੀ। ਇਹ ਵਚਨ ਸੁਣ ਕੇ ਜ਼ਿਮੀਂਦਾਰ ਗੁਰੂ ਜੀ ਦੇ ਪੈਰਾਂ 'ਤੇ ਪੈ ਗਿਆ ਅਤੇ ਗੁਰੂ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਕੇ ਹੁੱਕਾ ਪੀਣਾ ਛੱਡ ਦਿੱਤਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਅਸਾਂ ਆਪਣੀ ਅੱਖੀਂ ਵੇਖਿਆ ਹੈ ਕਿ ਜਦ ਉਸਦੀ ਕੁੱਲ ਦਾ ਆਦਮੀ ਹੁੱਕਾ ਪੀਣ ਲੱਗਾ ਤਾਂ ਉਹ ਅਤੀ ਗਰੀਬ ਹੋ ਗਿਆ। ਗੁਰੂ ਜੀ ਇੱਥੇ 2-3 ਦਿਨ ਵਿਸ਼ਰਾਮ ਕਰਕੇ ਅੱਗੇ ਚਲੇ ਗਏ। ਬਾਰਨੇ ਪਿੰਡ ਤੋਂ ਚੱਲ ਕੇ ਗੁਰੂ ਜੀ ਥਾਨੇਸਰ ਆਏ। ਅੱਗੇ ਕੁਰੂਕਸ਼ੇਤਰ ਵਿੱਚ ਸੂਰਜ ਗ੍ਰਹਿਣ ਦਾ ਮੇਲਾ ਭਰ ਰਿਹਾ ਸੀ। ਗੁਰੂ ਜੀ ਨੇ ਵੀ ਉੱਥੇ ਪਿੰਡ ਦੇ ਉੱਤਰ ਦਿਸ਼ਾ ਡੇਰਾ ਕਰ ਦਿੱਤਾ। ਮੇਲੇ ਵਿੱਚ ਆਏ ਹੋਏ ਸਿੱਖ ਸਾਧ ਸੰਤ ਗੁਰੂ ਜੀ ਦਾ ਆਉਣਾ ਸੁਣ ਕੇ ਸਭ ਦਰਸ਼ਨ ਕਰਨ ਆਏ। ਜਦ ਇਹ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ 9ਵੇਂ ਗੁਰੂ ਆਏ ਹਨ ਤਾਂ ਕਈ ਭੇਖਾਂ ਦੇ ਸਾਧ ਸੰਤ ਗੁਰੂ ਜੀ ਪਾਸ ਆਣ ਇਕੱਠੇ ਹੋਏ। ਗੁਰੂ ਜੀ ਨੇ ਸਭ ਨਾਲ ਪ੍ਰੇਮ ਪੂਰਵਕ ਬਚਨ ਵਿਲਾਸ ਕੀਤੇ। ਕਈ ਸ਼ਰਧਾਲੂਆਂ ਦੇ ਮਨ ਗੁਰੂ ਜੀ ਦੇ ਪਵਿੱਤਰ ਉਪਦੇਸ਼ ਨਾਲ ਤ੍ਰਿਪਤ ਹੋ ਗਏ ਤੇ ਕਈ ਭਾਗਹੀਣ ਈਰਖਾ ਵਿੱਚ ਹੀ ਸੜਦੇ ਰਹਿ ਗਏ। ਸੂਰਜ ਗ੍ਰਹਿਣ ਦੇ ਸਮੇਂ ਗੁਰੂ ਜੀ ਨੇ ਤੀਰਥ ਦੀ ਮਰਿਆਦਾ ਰੱਖਣ ਵਾਸਤੇ ਇਸ਼ਨਾਨ ਕਰਕੇ ਜਥਾ-ਜੋਗ ਅਧਿਕਾਰੀਆਂ ਨੂੰ ਦਾਨ ਕੀਤਾ। ਗੁਰੂ ਜੀ ਦਾ ਦਾਨੀ ਸੁਭਾਅ ਅਤੇ ਗੰਭੀਰ ਬਚਨ ਸੁਣ ਕੇ ਗੁਰੂ ਜੀ ਦਾ ਬਹੁਤ ਜਸ਼ ਫੈਲਿਆ। ਕਈ ਸਾਧੂ ਸੰਤ ਆਪ ਜੀ ਦੇ ਨਾਲ ਰਹਿਣ ਵਾਸਤੇ ਤਿਆਰ ਹੋ ਗਏ। ਸਤਿਨਾਮ ਦੇ ਜਾਪ ਵਿੱਚ ਲੱਗ ਕੇ ਕਈਆਂ ਦਾ ਸੁਧਾਰ ਹੋ ਗਿਆ। ਸੂਰਜ ਗ੍ਰਹਿਣ ਤੋਂ ਉਪਰੰਤ ਦੂਸਰੇ ਦਿਨ ਗੁਰੂ ਜੀ ਉੱਥੋਂ ਚੱਲ ਕੇ 11 ਕੋਹਾਂ 'ਤੇ ਬਣੀ ਬਦਰਪੁਰ ਨਗਰ ਜਾ ਠਹਿਰੇ। ਗੁਰੂ ਜੀ ਦਾ ਆਉਣਾ ਸੁਣ ਕੇ ਬਹੁਤ ਸੰਗਤ ਆਪ ਜੀ ਦੇ ਦਰਸ਼ਨ ਕਰਨ ਆਈ। ਖਾਣ-ਪਾਣ ਕਰਕੇ ਗੁਰੂ ਜੀ ਨੇ ਰਾਤ ਵਿਸ਼ਰਾਮ ਕੀਤਾ। ਦੂਸਰੇ ਦਿਨ ਕਿਸੇ ਦੂਰ ਦੇਸ਼ ਦੀ ਸੰਗਤ ਆਈ। ਸੰਗਤ ਨੇ ਗੁਰੂ ਜੀ ਨੂੰ ਬਹੁਤ ਧਨ ਭੇਟਾ ਕੀਤਾ। ਗੁਰੂ ਜੀ ਨੇ ਸਭ ਨੂੰ ਸਿਰਪਾਉ ਬਖਸ਼ੇ। ਕਈ ਮਸੰਦ ਵੀ ਖ਼ਬਰ ਸੁਣ ਕੇ ਆਏ। ਉਹ ਵੀ ਸੰਗਤਾਂ ਤੋਂ ਧਨ ਲੈ ਕੇ ਇਕੱਠਾ ਕਰੀ ਜਾਂਦੇ ਸਨ। ਗੁਰੂ ਜੀ ਨੇ ਉਨ੍ਹਾਂ ਪਾਸ ਧਨ ਦੀ ਇੱਕ ਥੈਲੀ ਭਰੀ ਵੇਖੀ ਤਾਂ ਗੁਰੂ ਜੀ ਨੇ ਉਨ੍ਹਾਂ ਰਾਹਕਾਂ ਨੂੰ ਜਿਨ੍ਹਾਂ ਦੇ ਪਾਸ ਧਨ ਦੀ ਇੱਕ ਥੈਲੀ ਭਰੀ ਹੋਈ ਵੇਖੀ, ਗੁਰੂ ਜੀ ਨੇ ਉਨ੍ਹਾਂ ਰਾਹਕਾਂ ਨੂੰ ਜਿਨ੍ਹਾਂ ਦੇ ਪਾਸ ਆਪ ਜੀ ਨੇ ਡੇਰਾ ਕੀਤਾ ਹੋਇਆ ਸੀ, ਸੱਦ ਕੇ ਉਹ ਥੈਲੀ ਦੇ ਦਿੱਤੀ ਅਤੇ ਕਿਹਾ ਕਿ ਇਸ ਧਨ ਨਾਲ ਇੱਥੇ ਇੱਕ ਖੂਹ ਅਤੇ ਕੁਝ ਛਾਇਆਦਾਰ ਬ੍ਰਿਛ ਲਗਾਓ। ਫਿਰ ਬਾਕੀ ਜੋ ਬਚ ਜਾਵੇ ਉਸਦਾ ਇੱਥੇ ਸਦਾ ਵਰਤ ਲਾ ਕੇ ਭੁੱਖੇ ਰਾਹੀ ਮੁਸਾਫਿਰ ਨੂੰ ਰੋਟੀ ਦੇਣੀ। ਇਹ ਸਾਰਾ ਧਨ ਇਸ ਤਰ੍ਹਾਂ ਖਰਚ ਕਰ ਦੇਣਾ, ਲੋਭ ਕਰਕੇ ਕੁਛ ਆਪਣੇ ਪਾਸ ਨਾ ਰੱਖਣਾ, ਤੁਹਾਨੂੰ ਬਹੁਤ ਸੁੱਖ ਦੀ ਪ੍ਰਾਪਤੀ ਹੋਵੇਗੀ। ਉਨ੍ਹਾਂ ਜ਼ਿਮੀਂਦਾਰਾਂ ਨੇ ਹੱਥ ਜੋੜ ਕੇ ਥੈਲੀ ਲੈ ਲਈ ਅਤੇ ਬਹੁਤ ਪ੍ਰੇਮ ਕੀਤਾ। ਉਪਰੰਤ ਥੈਲੀ ਲੈਣ ਦੇ ਕਾਰਨ ਹੀ ਇਸ ਪਿੰਡ ਦਾ ਨਾਮ ਬਣੀ ਬਦਰਪੁਰ ਪ੍ਰਸਿੱਧ ਹੋਇਆ। ਜ਼ਿਮੀਂਦਾਰਾਂ ਨੇ ਜਿਹੜੇ ਬ੍ਰਿਛ ਲਗਵਾਏ ਸਨ ਅਤੇ ਖੂਹ ਲਗਵਾਇਆ ਸੀ, ਉਹ ਅਜੇ ਤੱਕ ਕਾਇਮ ਹਨ। ਪਿੱਛੋਂ ਜ਼ਿਮੀਂਦਾਰਾਂ ਨੇ ਇਸ ਸਥਾਨ 'ਤੇ ਇੱਕ ਗੁਰਦੁਆਰਾ ਵੀ ਬਣਵਾਇਆ ਜੋ ਸ਼ੋਭਾਇਮਾਨ ਹੈ। ਇੱਥੇ 2 ਦਿਨ ਡੇਰਾ ਕਰਕੇ ਗੁਰੂ ਜੀ ਅੱਗੇ ਨੂੰ ਚੱਲ ਪਏ। ਬਹੁਤ ਲੋਕ ਵੀ ਆਪ ਜੀ ਦੇ ਦਰਸ਼ਨ ਕਰਨ ਆਪ ਜੀ ਦੇ ਨਾਲ ਹੋ ਗਏ। ਥੋੜ੍ਹੀ ਦੂਰ ਜਾ ਕੇ ਗੁਰੂ ਜੀ ਨੇ ਇਸ ਵਾਸਤੇ ਡੇਰਾ ਕਰ ਦਿੱਤਾ ਅਤੇ ਨਾਲ ਤੁਰਨ ਵਾਲੀ ਸੰਗੀ ਥੱਕ
ਨਾ ਜਾਣ। ਇੱਥੇ ਇੱਕ ਰਾਤ ਵਿਸ਼ਰਾਮ ਕਰਕੇ ਆਪਣੇ ਸਾਥੀਆਂ ਨੂੰ ਉਹਨਾਂ ਦੀ ਲੋੜ ਅਨੁਸਾਰ ਗੁਰੂ ਜੀ ਨੇ ਅੰਨ ਵਸਤਰ ਦਿੱਤੇ। ਇਸੇ ਡੇਰੇ ਤੋਂ ਚੱਲ ਕੇ ਗੁਰੂ ਜੀ ਨੇ ਅੱਗੇ ਜਾ ਕੇ ਸੁਡੈਲ ਪਿੰਡ ਤੋਂ ਬਾਹਰ ਚੰਗੇ ਬ੍ਰਿਛ ਵੇਖ ਕੇ ਜਾ ਡੇਰਾ ਕੀਤਾ ਤੇ ਰਾਤ ਦਾ ਵਿਸ਼ਰਾਮ ਕਰਕੇ ਅਗਲੇ ਦਿਨ ਫੇਰ 10 ਕੋਹ ਦੀ ਮੰਜ਼ਿਲ ਕਰਕੇ ਜਮਨਾ ਦੇ ਕਿਨਾਰੇ ਜਾ ਉਤਰੇ। ਪਿੰਡ ਦੇ ਬ੍ਰਾਹਮਣ ਆਪ ਜੀ ਪਾਸ ਯਾਤਰੂ ਸਮਝ ਕੇ ਆਏ। ਗੁਰੂ ਜੀ ਨੇ ਉਹਨਾਂ ਨੂੰ ਦਾਨ ਦਿੱਤਾ ਅਤੇ ਉਹਨਾਂ ਨੇ ਖੁਸ਼ ਹੋ ਕੇ ਅਸੀਸਾਂ ਦਿੱਤੀਆਂ। ਫਿਰ ਗੁਰੂ ਜੀ ਨੇ ਆਖ ਕੇ ਇੱਕ ਬੇੜੀ ਮੰਗਵਾਈ ਅਤੇ ਉਸ ਉੱਤੇ ਚੜ੍ਹ ਕੇ ਸਾਥੀਆਂ ਸਹਿਤ ਪਾਰ ਹੋਏ। ਇੱਥੋਂ ਚੱਲ ਕੇ ਗੁਰੂ ਜੀ ਇੱਕ ਨੇੜੇ ਪਿੰਡ ਪਾਸ ਜਾ ਕੇ ਡੇਰਾ ਕੀਤਾ ਤੇ ਰਾਤ ਕੱਟ ਕੇ ਅੱਗੇ ਨੂੰ ਚੱਲ ਪਏ। ਦਿਨ ਪ੍ਰਤੀ ਦਿਨ ਗੁਰੂ ਜੀ ਇਸ ਤਰ੍ਹਾਂ ਹੀ ਛੋਟੀਆਂ-ਛੋਟੀਆਂ ਮੰਜ਼ਿਲਾਂ ਕਰਕੇ 10-12 ਕੋਹਾਂ ਉੱਤੇ ਡੇਰਾ ਕਰਕੇ ਆਰਾਮ ਕਰਦੇ ਸਨ ਅਤੇ ਨਾਮ-ਦਾਨ ਦਾ ਉਪਦੇਸ਼ ਕਰਕੇ ਸਿੱਖਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੀ ਜਾਂਦੇ ਸਨ। ਫ਼ਕੀਰਾਂ ਸੰਤਾਂ ਦੇ ਨਾਲ ਗੁਰੂ ਜੀ ਚੱਲ ਪਏ। ਫ਼ਕੀਰਾਂ ਦੇ ਹੱਥ ਵਿੱਚ ਤੂੰਬੇ, ਸਿਰ 'ਤੇ ਨੋਕਦਾਰ ਟੋਪੀ ਤੇ ਗਲ ਭਗਵੇਂ ਕੱਪੜੇ ਪਹਿਨੇ ਹੋਏ ਸਨ। ਕਈਆਂ ਨੇ ਸਰੀਰ ਉੱਤੇ ਸਵਾਹ ਵੀ ਮਲੀ ਹੋਈ ਸੀ। ਸਿੱਖ ਸ਼ਸਤਰ-ਬਸਤਰ ਪਹਿਨ ਕੇ ਗੁਰੂ ਜੀ ਨਾਲ ਘੋੜਿਆਂ ਉੱਤੇ ਸਵਾਰ ਸਨ। ਰਸਤੇ ਵਿੱਚ ਦਰਿਆ ਦੇ ਹੇਠਾਂ ਕਛਾਰ ਵਿੱਚ ਗੁਰੂ ਜੀ ਦੇ ਸਿੱਖਾਂ ਨੇ ਸ਼ਿਕਾਰ ਕਰਕੇ ਮਿਰਗ ਅਤੇ ਪੰਛੀ ਮਾਰ ਕੇ ਆਪਣੇ ਘੋੜਿਆਂ ਨਾਲ ਲਟਕਾਏ ਹੋਏ ਸਨ। ਇਸ ਤਰ੍ਹਾਂ ਹੀ ਤੁਰੇ ਜਾਂਦੇ ਗੁਰੂ ਜੀ ਨੇ ਕੜੇ ਮਾਣਕਪੁਰ ਨਗਰ ਪਾਸ ਪਹੁੰਚ ਕੇ ਡੇਰਾ ਕੀਤਾ। ਇਸ ਪਿੰਡ ਵਿੱਚ ਇੱਕ ਵੈਸ਼ਨੋ ਸੰਤ ਮਲੂਕ ਦਾਸ ਰਹਿੰਦਾ ਸੀ। ਉਸਨੇ ਜਦ ਗੁਰੂ ਜੀ ਦਾ ਆਉਣਾ ਸੁਣਿਆ ਤਾਂ ਉਹ ਬਹੁਤ ਖੁਸ਼ ਹੋਇਆ ਕਿ ਜਿਨ੍ਹਾਂ ਦੀ ਮਹਿਮਾ ਸਾਰੇ ਫੈਲੀ ਹੋਈ ਹੈ, ਉਹਨਾਂ ਦੇ ਦਰਸ਼ਨ ਕਰਕੇ ਆਪਣੀ ਕਲਿਆਣ ਕਰਾਂਗਾ। ਸੰਤ ਮਲੂਕ ਦਾਸ ਇਸ ਵਿਚਾਰ ਵਿੱਚ ਮਗਨ ਸੀ ਕਿ ਉਸਨੂੰ ਇੱਕ ਆਦਮੀ ਨੇ ਆਣ ਕੇ ਦੱਸਿਆ ਕਿ ਗੁਰੂ ਜੀ ਨਾਲ ਬਹੁਤ ਸਾਧੂਆਂ ਦਾ ਸੰਗ ਹੈ। ਕੁਝ ਸ਼ਸਤਰਧਾਰੀ ਸਿੱਖ ਵੀ ਨਾਲ ਘੋੜਸਵਾਰ ਸਨ। ਮਿਰਗਾਂ ਅਤੇ ਪੰਛੀਆਂ ਨੂੰ ਮਾਰ ਕੇ ਉਹਨਾਂ ਘੋੜਿਆਂ ਨਾਲ ਲਟਕਾਇਆ ਹੋਇਆ ਹੈ, ਜਿਸ ਤਰ੍ਹਾਂ ਨਿਰਦਈ ਸ਼ਿਕਾਰੀ ਹੁੰਦੇ ਹਨ। ਉਸੇ ਤਰ੍ਹਾਂ ਹੀ ਮੈਂ ਉਹਨਾਂ ਨੂੰ ਵੇਖਿਆ ਹੈ। ਇਹ ਸਾਰੀਆਂ ਗੱਲਾਂ ਸੁਣ ਕੇ ਮਲੂਕ ਦਾਸ ਭਰਮ ਵਿੱਚ ਪੈ ਗਿਆ। ਮਨ ਵਿੱਚ ਕਹਿਣ ਲੱਗਾ ਕਿ ਮੇਰਾ ਵੈਸ਼ਨੋ ਮਤ ਹੈ, ਉਹ ਜੀਵ ਘਾਤਕ ਅਤੇ ਮਾਸ ਆਹਾਰੀ ਹਨ। ਮੇਰਾ ਉਹਨਾਂ ਪਾਸ ਜਾਣਾ ਠੀਕ ਨਹੀਂ ਜਾਪਦਾ। ਮੈਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ। ਇਸ ਕਰਕੇ ਆਪਣੇ ਘਰ ਬੈਠ ਕੇ ਹੀ ਹਰਿ ਹਰਿ ਦਾ ਸਿਮਰਨ ਕਰਦਾ ਰਹਿੰਦਾ ਹਾਂ ਕਿ ਕਿਸੇ ਨੂੰ ਕੁਝ ਆਖਣ ਦਾ ਲਾਭ ਨਹੀਂ ਹੈ। ਇਹ ਵਿਚਾਰ ਕਰਕੇ ਮਲੂਕ ਦਾਸ ਘਰ ਹੀ ਹਰੀ ਦਾ ਸਿਮਰਨ ਕਰਦਾ ਹੋਇਆ ਬੈਠਾ ਰਿਹਾ। ਗੁਰੂ ਜੀ ਨੂੰ ਮਿਲਣ ਦੇ ਵਿਚਾਰ ਨੂੰ ਛੱਡ ਦਿੱਤਾ। ਅੰਤਰਜਾਮੀ ਸਤਿਗੁਰੂ ਤੇਗ ਬਹਾਦਰ ਜੀ ਨੇ ਉਸਦੇ ਮਨ ਦੀ ਅਵਸਥਾ ਜਾਣ ਕਰਕੇ ਕਿਹਾ, ਮਲੂਕ ਦਾਸ ਨੇ ਸਾਡੀ ਬਾਹਰਲੀ ਕਿਰਿਆ ਨੂੰ ਵੇਖ ਕੇ ਸ਼ਰਧਾ ਤਿਆਗ ਦਿੱਤੀ ਹੈ। ਅੰਦਰ ਦੀ ਬਿਰਤੀ ਦਾ ਉਹ ਪ੍ਰੇਮੀ ਨਹੀਂ ਹੈ। ਉਸਨੂੰ ਇਸ ਭਰਮ ਵਿੱਚੋਂ ਕੱਢਣਾ ਚਾਹੀਦਾ ਹੈ। ਉੱਧਰ ਮਲੂਕ ਦਾਸ ਭਰਮ ਵਿੱਚ ਪੈ ਕੇ ਵਿਚਾਰਾਂ ਕਰਕੇ ਬੈਠਾ ਰਿਹਾ ਸੀ ਕਿ ਕੁਝ ਚਿਰ ਪਿੱਛੋਂ ਕੋਈ ਉਸਨੂੰ ਚਾਵਲ, ਮੂੰਗੀ ਦਾਲ, ਘਿਓ ਨਾਲ ਚੋਪੜੇ ਪਤਲੇ ਫੁਲਕੇ ਛਕਣ ਵਾਸਤੇ ਭੋਜਨ ਥਾਲ ਵਿੱਚ ਕੱਪੜੇ ਨਾਲ ਢੱਕ ਕੇ ਆਇਆ। ਭੋਜਨ ਛਕਣ ਤੋਂ ਪਹਿਲਾਂ ਉਸਨੇ ਨਿੱਤ ਦੀ ਮਰਿਆਦਾ ਅਨੁਸਾਰ ਠਾਕਰਾਂ ਨੂੰ ਭੋਗ ਲਗਵਾਉਣ ਵਾਸਤੇ ਕੱਪੜੇ ਨਾਲ ਢਕਿਆ ਹੋਇਆ ਥਾਲ ਮੂਰਤੀ ਅੱਗੇ ਜਾ ਰੱਖਿਆ ਤੇ ਠਾਕਰਾਂ ਨੂੰ ਸਾਵਧਾਨ ਹੋ ਕੇ ਭੋਗ ਲਵਾਉਣ ਵਾਸਤੇ ਬਹੁਤ ਘੰਟੇ ਤੇ ਘੜਿਆਲ ਵਜਾਏ। ਫਿਰ ਖੜ੍ਹੇ ਹੋ ਕੇ ਭੋਗ ਲਾਉਣ ਵਾਸਤੇ ਬੇਨਤੀ ਕਰਕੇ ਥਾਲ ਉੱਪਰੋਂ ਕੱਪੜਾ ਉਤਾਰ ਕੇ ਵੇਖਿਆ ਕਿ ਥਾਲ ਵਿੱਚ ਚਾਵਲ, ਦਾਲ ਦੇ ਨਾਲ ਮਾਸ ਵੀ ਪਰੋਸਿਆ ਹੋਇਆ ਹੈ। ਤਾਂ ਉਹ ਬੜਾ ਹੈਰਾਨ ਹੋਇਆ ਕਿ ਥਾਲ ਵਿੱਚ ਮਾਸ ਕਿਸਨੇ ਰੱਖ ਦਿੱਤਾ ਹੈ। ਫਿਰ ਉਸਨੂੰ ਵਿਚਾਰ ਆਈ ਕਿ ਗੁਰੂ ਜੀ ਠਾਕਰ ਰੂਪ ਹਨ, ਉਹ ਮਾਸ ਖਾਂਦੇ ਹਨ। ਇਹ ਮਾਸ ਦਾ ਭੋਗ ਉਹਨਾਂ ਨੇ ਲਾਇਆ। ਮੈਂ ਜਿਸ ਗੱਲ 'ਤੇ ਸ਼ੰਕਾ ਕੀਤੀ ਸੀ, ਉਹਨਾਂ ਨੇ ਉਹੀ ਭੋਗ ਠਾਕਰ ਬਣ ਕੇ ਭੋਗਿਆ ਹੈ। ਕੇਵਲ ਮੇਰੀ ਸ਼ੰਕਾ ਦੂਰ ਕਰਨ ਵਾਸਤੇ, ਹੋਰ ਕੋਈ ਕਾਰਨ ਨਹੀਂ ਹੈ ਥਾਲ ਵਿੱਚ ਮਾਸ ਰੱਖਣ ਦਾ। ਗੁਰੂ ਜੀ ਭੋਗਾਂ ਤੋਂ ਸਦਾ ਅਲੇਪ ਹਨ। ਜਿਨ੍ਹਾਂ ਨੂੰ ਕੋਈ ਕਰਮ ਛੂਹ ਨਹੀਂ ਸਕਦਾ, ਉਹ ਆਪ ਹੀ ਸਭ ਦੇ ਪ੍ਰੇਰਕ ਹਨ। ਮੇਰੇ ਵਾਸਤੇ ਇਹੀ ਚੰਗਾ ਹੈ ਕਿ ਮੈਂ ਸ਼ਰਧਾ ਧਾਰ ਕੇ ਉਹਨਾਂ ਦੇ ਦਰਸ਼ਨ ਕਰਾਂ। ਸ਼ਿਕਾਰ ਖੇਡਣਾ ਉਹਨਾਂ ਦੀ ਕੇਵਲ ਲੀਲਾ ਮਾਤਰ ਹੈ, ਜੈਸਾ ਕਿ ਸ਼੍ਰੀ ਰਾਮ ਚੰਦ ਤੇ ਕ੍ਰਿਸ਼ਨ ਜੀ ਅਨੇਕ ਪ੍ਰਕਾਰ ਦੀ ਕਰਦੇ ਸਨ। ਇਸ ਕਰਕੇ ਇਹ ਮਰਿਆਦਾ ਲੀਲਾ ਕਰਨ ਵਾਲੀ ਆਦਿ ਤੋਂ ਚਲੀ ਆਈ ਹੈ। ਇਹਨਾਂ ਨੇ ਕੋਈ ਨਵੀਂ ਗੱਲ ਨਹੀਂ ਕੀਤੀ। ਸਮਰੱਥ ਨੂੰ ਕਦੀ ਕੋਈ ਦੋਸ਼ ਨਹੀਂ ਹੁੰਦਾ। ਜੈਸਾ ਕਿ ਸ਼ਿਵ ਸਾਰੀ ਸ੍ਰਿਸ਼ਟੀ ਨੂੰ ਮਾਰਨ ਵਾਲਾ ਹੈ, ਉਸਨੂੰ ਕੋਈ ਦੋਸ਼ ਨਹੀਂ ਦਿੰਦਾ। ਫਿਰ ਬਲਭੱਦਰ ਨੇ ਸਭ ਸੂਤ ਬ੍ਰਾਹਮਣ ਨੂੰ ਬਿਨਾਂ ਅਪਰਾਧ ਤੋਂ ਹੀ ਮਾਰ ਦਿੱਤਾ ਸੀ ਕਿ ਉਸਨੇ ਉੱਠ ਕੇ ਬਲਭੱਦਰ ਦਾ ਸਤਿਕਾਰ ਨਹੀਂ ਕੀਤਾ।
ਉਸ ਬਲਭੱਦਰ ਨੂੰ ਵੀ ਕੋਈ ਦੋਸ਼ੀ ਨਹੀਂ ਕਹਿੰਦਾ। ਇਸ ਤਰ੍ਹਾਂ ਦੀਆਂ ਵਿਚਾਰਾਂ ਕਰਕੇ ਮਲੂਕ ਦਾਸ ਨੇ ਗੁਰੂ ਜੀ ਨੂੰ ਈਸ਼ਵਰ ਅਵਤਾਰ ਜਾਣ ਕੇ ਮਨ ਤੋਂ ਭਰਮ ਦੂਰ ਕਰ ਦਿੱਤਾ ਅਤੇ ਮਨ ਵਿੱਚ ਨਿਸ਼ਚਾ ਧਾਰ ਕੇ ਜੇਕਰ ਗੁਰੂ ਜੀ ਅੰਤਰਜਾਮੀ ਹਨ ਤਾਂ ਮੇਰੇ ਮਨ ਦੀ ਅਵਸਥਾ ਨੂੰ ਜਾਣ ਕੇ ਮੈਨੂੰ ਆਪੇ ਹੀ ਸੱਦ ਲੈਣਗੇ ਅਤੇ ਦਰਸ਼ਨ ਦੇ ਕਿਰਤਾਰਥ ਕਰਨਗੇ। ਇਹ ਮਨੋਰਥ ਧਾਰ ਕੇ ਜਦ ਮਲੂਕ ਦਾਸ ਆਪਣੇ ਗਿਆਨ ਵਿੱਚ ਸਮਾਧੀ ਲਾ ਕੇ ਬੈਠ ਗਿਆ ਤਾਂ ਗੁਰੂ ਜੀ ਨੇ ਉਸਦੀ ਪ੍ਰਤਿਗਿਆ ਜਾਣ ਕਰਕੇ ਆਪਣੇ ਇੱਕ ਸਿੱਖ ਨੂੰ ਕਿਹਾ, ਪਾਲਕੀ ਲੈ ਜਾਓ ਤੇ ਸੰਤ ਮਲੂਕ ਦਾਸ ਨੂੰ ਉਸ ਵਿੱਚ ਆਦਰ ਨਾਲ ਬਿਠਾ ਕੇ ਮੇਰੇ ਪਾਸ ਲੈ ਆਓ। ਗੁਰੂ ਜੀ ਦਾ ਹੁਕਮ ਮੰਨ ਕੇ ਸਿੱਖ ਪਾਲਕੀ ਲੈ ਕੇ ਮਲੂਕ ਦਾਸ ਪਾਸ ਗਏ ਅਤੇ ਗੁਰੂ ਜੀ ਗੱਲ ਦੱਸੀ ਕਿ ਗੁਰੂ ਜੀ ਤੁਹਾਨੂੰ ਯਾਦ ਕਰ ਰਹੇ ਹਨ। ਮਲੂਕ ਦਾਸ ਗੁਰੂ ਜੀ ਦਾ ਹੁਕਮ ਸੁਣ ਕੇ ਬੜਾ ਪ੍ਰਸੰਨ ਹੋਇਆ ਅਤੇ ਪਾਲਕੀ ਵਿੱਚ ਬੈਠ ਕੇ ਕੁਝ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆ ਗਿਆ। ਮਲੂਕ ਦਾਸ ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਬਚਨ ਸੁਣ ਕੇ ਬਹੁਤ ਆਨੰਦ ਹੋਇਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ, ਆਪ ਮੇਰੇ ਡੇਰੇ ਚੱਲੋ, ਮੈਂ ਆਪ ਜੀ ਦੀ ਸੇਵਾ ਕਰਕੇ ਆਪਣਾ ਜਨਮ ਸਫਲ ਕਰ ਲਵਾਂ। ਗੁਰੂ ਜੀ ਦੀ ਉਸ ਦੀ ਬੇਨਤੀ ਪ੍ਰਵਾਨ ਕਰਕੇ ਉਸ ਦੇ ਡੇਰੇ ਚਲੇ ਗਏ। ਮਲੂਕ ਦਾਸ ਨੇ ਗੁਰੂ ਜੀ ਵਾਸਤੇ ਭੋਜਨ ਤਿਆਰ ਕਰਕੇ ਥਾਲ ਪਰੋਸ ਕੇ ਅੱਗੇ ਰੱਖਿਆ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਅੱਗੇ ਮੈਂ ਪੱਥਰ ਤੇ ਠਾਕਰਾਂ ਨੂੰ ਭੋਗ ਲਗਵਾਉਂਦਾ ਰਿਹਾ ਹਾਂ। ਅੱਜ ਆਪ ਪ੍ਰਤੱਖ ਠਾਕਰ ਮੇਰੇ ਪਾਸ ਆਣ ਕੇ ਭੋਗ ਲਗਾਉਣ ਲੱਗੇ ਹੋ। ਅੱਜ ਮੇਰਾ ਜਨਮ ਸਫਲਾ ਹੋਇਆ। ਮੇਰਾ ਸਭ ਭਰਮ ਭੇਦ ਆਪ ਜੀ ਨੇ ਦੂਰ ਕਰ ਦਿੱਤਾ ਹੈ। ਹੁਣ ਮੈਂ ਆਪ ਜੀ ਦੀ ਕਿਰਪਾ ਨਾਲ ਠਾਕਰ ਪੂਜਾ ਨੂੰ ਬਾਲਕਾਂ ਦੀ ਖੇਡ ਸਮਝਦਾ ਹਾਂ। ਹੁਣ ਮੇਰਾ ਜਨਮ ਸਫਲ ਹੋਇਆ ਹੈ। ਗੁਰੂ ਜੀ ਰਾਤ ਮਲੂਕ ਦਾਸ ਪਾਸ ਹੀ ਰਹੇ। ਸਾਰੀ ਰਾਤ ਸਤਸੰਗ ਹੁੰਦਾ ਰਿਹਾ। ਦੂਸਰੇ ਦਿਨ ਅੰਮ੍ਰਿਤ ਵੇਲੇ ਗੁਰੂ ਜੀ ਮਲੂਕ ਦਾਸ ਨੂੰ ਖੁਸ਼ੀਆਂ ਬਖਸ਼ ਕੇ ਅੱਗੇ ਤੁਰ ਪਏ। ਪੂਰਬ ਦੀਆਂ ਸੰਗਤਾਂ ਦੇ ਬਹੁਤ ਸ਼ਰਧਾਲੂ ਸਿੱਖ ਸਨ। ਦੂਰ ਦਾ ਰਸਤਾ ਹੋਣ ਕਰਕੇ ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਨੇ ਛੇਤੀ ਪ੍ਰਾਪਤ ਨਹੀਂ ਸਨ ਹੁੰਦੇ। ਆਪਸ ਵਿੱਚ ਮਿਲ ਕੇ ਗੁਰੂ ਸਤਿਨਾਮ ਜੀ ਦਾ ਸਿਮਰਨ ਕਰਕੇ ਗੁਰੂ ਜੀ ਦਾ ਧਿਆਨ ਧਰ ਕੇ ਬੜਾ ਪ੍ਰੇਮ ਕਰਦੇ ਸਨ ਕਿ ਕਦੀ ਨਾ ਕਦੀ ਗੁਰੂ ਜੀ ਦੀ ਕਿਰਪਾ ਕਰਕੇ ਆਣ ਕੇ ਆਪਣਾ ਦਰਸ਼ਨ ਦੇਣਗੇ ਤੇ ਅਸੀਂ ਵਾਹਿਗੁਰੂ ਸਤਿਗੁਰੂ ਜੀ ਦੇ ਦਰਸ਼ਨ ਪਰਸ਼ ਕੇ ਆਪਣਾ ਜਨਮ ਸਫਲਾ ਕਰੀਏ। ਹਰ ਇੱਕ ਸਿੱਖ ਨੇ ਪ੍ਰੇਮ ਨਾਲ ਗੁਰੂ ਜੀ ਵਾਸਤੇ ਸੁੰਦਰ ਪਲੰਘ ਵਿਛਾਉਣੇ ਅਤੇ ਬਸਤਰ, ਚਾਦਰੇ, ਜਾਮੇ ਆਦਿਕ ਚੀਜ਼ਾਂ ਬਣਵਾ ਕੇ ਆਪਣੇ ਘਰਾਂ ਵਿੱਚ ਤਿਆਰ ਰੱਖੀਆਂ ਕਿ ਗੁਰੂ ਜੀ ਆਉਣਗੇ ਤਾਂ ਉਹਨਾਂ ਦੇ ਵਿਸ਼ਰਾਮ, ਆਰਾਮ ਤੇ ਸੁੱਖ ਵਾਸਤੇ ਇਹ ਚੀਜ਼ਾਂ ਭੇਟਾ ਕਰਾਂਗੇ। ਗੁਰੂ ਜੀ ਨਿਮਿਤ ਬਣਾਈਆਂ ਇਹਨਾਂ ਚੀਜ਼ਾਂ ਨੂੰ ਧੂਪ, ਪੁਸ਼ਪ ਆਦਿਕ ਦੇ ਕੇ ਪੂਜਾ ਕਰਦੇ ਅਤੇ ਗੁਰੂ ਜੀ ਆਰਾਧਨਾ ਕਰਦੇ। ਕੋਈ ਪ੍ਰੇਮੀ ਗੁਰੂ ਜੀ ਦੇ ਠਹਿਰਨ ਵਾਸਤੇ ਸੁੰਦਰ ਮੰਦਰ ਤਿਆਰ ਕਰਕੇ ਗੁਰੂ ਜੀ ਦੀ ਉਡੀਕ ਕਰ ਰਿਹਾ ਸੀ। ਕਿਸੇ ਨੇ ਗੁਰੂ ਜੀ ਦੀ ਸੈਰ ਕਰਨ ਵਾਸਤੇ ਫੁੱਲਾਂ ਵਾਲੇ ਸੁੰਦਰ ਬਾਗ ਲਗਵਾਏ। ਇਸ ਤਰ੍ਹਾਂ ਹੀ ਹਰ ਇੱਕ ਨੇ ਆਪਣੀ ਸ਼ਰਧਾ ਅਤੇ ਸਮਰੱਥਾ ਅਨੁਸਾਰ ਗੁਰੂ ਜੀ ਵਾਸਤੇ ਕੁਝ ਨਾ ਕੁਝ ਤਿਆਰ ਕਰਕੇ ਰੱਖਿਆ। ਉਪਰੰਤ ਜਦ ਜੋੜ ਮੇਲ ਕਰਦੇ ਤਾਂ ਹੱਥ ਜੋੜ ਕੇ ਅਰਦਾਸ ਕਰਦੇ, ਹੇ ਸਰਬੱਗ ਅੰਤਰਜਾਮੀ ਗੁਰੂ ਜੀ, ਸੰਗਤ ਦੀ ਸ਼ਰਧਾ ਨੂੰ ਜਾਣਨ ਵਾਲੇ, ਆਪਣੇ ਬਿਰਦ ਦੀ ਲਾਜ ਰੱਖੋ ਅਤੇ ਸਾਡੇ ਪ੍ਰਣ ਪੂਰੇ ਕਰੋ, ਸਾਡੀ ਸੇਵਾ ਪ੍ਰਵਾਨ ਕਰੋ। ਅੰਤਰਜਾਮੀ ਸਰਬੱਗ ਗੁਰੂ ਜੀ ਨੇ ਪੂਰਬ ਦੀਆਂ ਸੰਗਤਾਂ ਦਾ ਪ੍ਰੇਮ, ਨੇਮ ਅਤੇ ਸ਼ਰਧਾ ਜਾਣ ਕਰਕੇ ਉਹਨਾਂ ਨੂੰ ਕਿਰਤਾਰਥ ਕਰਨ ਵਾਸਤੇ ਤੀਰਥ ਯਾਤਰਾ ਦਾ ਬਹਾਨਾ ਕੀਤਾ ਅਤੇ ਨਗਰਾਂ ਸ਼ਹਿਰਾਂ ਦੀਆਂ ਸੰਗਤਾਂ ਨੂੰ ਤਾਰਦੇ ਹੋਏ ਪ੍ਰਯਾਗਰਾਜ ਤ੍ਰਿਵੈਣੀ ਪਹੁੰਚ ਗਏ। ਪ੍ਰਯਾਗਰਾਜ ਪਹੁੰਚ ਕੇ ਗੁਰੂ ਜੀ ਨੇ ਪਰਿਵਾਰ ਸਹਿਤ ਤ੍ਰਿਵੈਣੀ ਇਸ਼ਨਾਨ ਕਰਕੇ ਬ੍ਰਾਹਮਣਾਂ ਨੂੰ ਦਾਨ ਦਿੱਤਾ। ਉਪਰੰਤ ਗੁਰੂ ਜੀ ਦਾ ਆਉਣਾ ਸੁਣ ਕੇ ਬੇਅੰਤ ਸੰਗਤਾਂ ਆਪ ਜੀ ਦੇ ਦਰਸ਼ਨ ਕਰਨ ਆਈਆਂ। ਯਥਾ ਸ਼ਕਤੀ ਭੇਟਾ ਅਰਪਣ ਕਰਕੇ ਸਭ ਨੇ ਮੱਥੇ ਟੇਕੇ। ਸੰਗਤਾਂ ਨੇ ਕਿਹਾ, ਮਹਾਰਾਜ, ਆਪ ਸਿੱਖਾਂ ਦੀ ਕਲਿਆਣ ਕਰਨ ਵਾਸਤੇ ਤੀਰਥ ਯਾਤਰਾ ਦਾ ਬਹਾਨਾ ਕਰਕੇ ਆਏ ਹੋ, ਨਹੀਂ ਤਾਂ ਤੀਰਥ ਤਾਂ ਆਪ ਜੀ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਹਨ ਕਿ ਸਾਡੇ ਵਿੱਚ ਚਰਨ ਧੂੜੀ ਪਵੇ ਤਾਂ ਅਸੀਂ ਪਵਿੱਤਰ ਹੋਈਏ। ਪਹਿਲਾਂ ਸਾਰਾ ਦਿਨ ਗੁਰੂ ਜੀ ਤ੍ਰਿਵੈਣੀ ਇਸ਼ਨਾਨ ਕਰਕੇ ਸੰਗਤ ਨੂੰ ਦਰਸ਼ਨ ਅਤੇ ਬ੍ਰਾਹਮਣਾਂ ਨੂੰ ਦਾਨ ਦਿੰਦੇ ਰਹੇ। ਉਪਰੰਤ ਸੰਗਤ ਨੇ ਬੇਨਤੀ ਕੀਤੀ, ਮਹਾਰਾਜ, ਸਾਡੀ ਸਾਰੀ ਸੰਗਤ ਦੀ ਇਹ ਭਾਵਨਾ ਹੈ ਕਿ ਆਪ ਇੱਥੇ ਕੁਝ ਦਿਨ ਨਿਵਾਸ ਰੱਖ ਕੇ ਸਾਨੂੰ ਕਿਰਤਾਰਥ ਕਰੋ। ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਉੱਥੇ ਪ੍ਰਯਾਗਰਾਜ ਠਹਿਰਨ ਵਾਸਤੇ ਆਗਿਆ ਦੇ ਦਿੱਤੀ। ਸੰਗਤ ਨੇ ਇੱਕ ਸੁੰਦਰ ਹਵੇਲੀ ਸੁਧਾਰ ਕੇ ਉਸ ਵਿੱਚ ਆਪ ਜੀ ਦਾ ਪਰਿਵਾਰ ਸਾਹਿਤ ਨਿਵਾਸ ਕਰਾ ਦਿੱਤਾ। ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪਿੰਡਾਂ ਦੀ ਸੰਗਤ ਤੇ ਹੋਰ ਉੱਥੇ ਬਹੁਤ ਆਉਣ ਲੱਗ ਪਈ ਤੇ ਭੇਟਾ ਅਰਪਣ ਕਰਦੀ ਅਤੇ ਦਰਸ਼ਨ ਕਰਕੇ ਮਨੋਕਾਮਨਾ ਪੂਰੀਆਂ ਕਰੀ ਕੇ ਜਾਂਦੀ।
ਗੁਰੂ ਜੀ ਦਾ ਅਤੁੱਟ ਲੰਗਰ ਵਰਤਦਾ ਸੀ। ਗੁਰੂ ਜੀ ਦਾ ਨਿਵਾਸ ਪਰਿਵਾਰ ਸਹਿਤ ਹਵੇਲੀ ਵਿੱਚ ਸੀ ਤੇ ਹੋਰ ਸੰਗਤ ਦਾ ਡੇਰਾ ਬਾਹਰ ਤ੍ਰਿਵੈਣੀ ਪਾਸ ਸੀ। ਜਦ ਕੁਝ ਦਿਨ ਬਤੀਤ ਹੋ ਗਏ ਤਾਂ ਇੱਕ ਦਿਨ ਸਹਿਜ ਸੁਭਾਅ ਹੀ ਮਾਤਾ ਨਾਨਕੀ ਜੀ ਨੇ ਆਪਣੇ ਸਪੁੱਤਰ ਗੁਰੂ ਜੀ ਨੂੰ ਕਿਹਾ, "ਹੇ ਪੁੱਤਰ, ਮੇਰੇ ਮਨ ਦੀ ਇੱਕ ਲਾਲਸਾ ਹੈ, ਜਿਹੜੀ ਆਪ ਜੀ ਦੇ ਪਿਤਾ ਗੁਰੂ ਜੀ ਨੇ ਮੈਨੂੰ ਬਚਨ ਕਿਹਾ ਸੀ, ਉਹ ਪੂਰਾ ਹੋਵੇ। ਉਹਨਾਂ ਨੇ ਕਿਹਾ ਸੀ ਕਿ ਤੇਰੇ ਘਰ ਤਲਵਾਰ ਦਾ ਧਣੀ, ਬੜਾ ਪ੍ਰਤਾਪੀ ਸੂਰਮਾ ਪੋਤਰਾ ਈਸ਼ਵਰ ਅਵਤਾਰ ਹੋਵੇਗਾ। ਮੈਂ ਉਹਨਾਂ ਬਚਨਾਂ ਨੂੰ ਯਾਦ ਕਰਕੇ ਉਡੀਕ ਰਹੀ ਹਾਂ ਕਿ ਮੈਂ ਤੁਹਾਡੇ ਪੁੱਤਰ ਦਾ ਮੂੰਹ ਕਦ ਵੇਖਾਂਗੀ। ਰਾਤ ਦਿਨ ਮੈਨੂੰ ਇਹੀ ਇੱਛਾ ਪ੍ਰਬਲ ਹੋ ਰਹੀ ਹੈ ਕਿ ਮੈਂ ਆਪਣੇ ਪੁੱਤਰ ਨੂੰ ਆਪਣੀ ਗੋਦ ਵਿੱਚ ਲੈ ਕੇ ਕਦੋਂ ਖਿਡਾਵਾਂਗੀ। ਹੇ ਪੁੱਤਰ, ਮੇਰੀ ਇਹ ਆਸ ਪੂਰੀ ਕਰੋ, ਜਿਸ ਨਾਲ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ।" ਗੁਰੂ ਜੀ ਨੇ ਆਪਣੀ ਮਾਤਾ ਜੀ ਦੇ ਸੋਹਣੇ ਵਾਕ ਸੁਣ ਕੇ ਕਿਹਾ, "ਮਾਤਾ ਜੀ, ਜੋ ਆਪ ਜੀ ਦਾ ਮਨੋਰਥ ਹੈ, ਉਹ ਕਰਤਾ ਪੁਰਖ ਜੋਤੀ ਸਰੂਪ ਨਿਰੰਕਾਰ ਦੇ ਅਧੀਨ ਹੈ। ਸਾਨੂੰ ਭਰੋਸਾ ਹੈ ਕਿ ਉਹ ਤੁਹਾਡਾ ਇਹ ਮਨੋਰਥ ਪੂਰਾ ਕਰੇਗਾ। ਜਦ ਉਹ ਅਕਾਲ ਪੁਰਖ ਦਿਆਲ ਹੋਣਗੇ ਤਾਂ ਤੇਜ ਪ੍ਰਤਾਪ ਦਾ ਪੁੰਜ ਬ੍ਰਹਮ ਗਿਆਨੀ ਪੁੱਤਰ ਬਖਸ਼ਣਗੇ।" ਗੁਰੂ ਜੀ ਦੇ ਇਹ ਆਸ਼ਾਵਾਦੀ ਬਚਨ ਸੁਣ ਕੇ ਮਾਤਾ ਜੀ ਬਹੁਤ ਪ੍ਰਸੰਨ ਹੋਏ। ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਨਿੱਤਾ ਪ੍ਰਤੀ ਅੰਮ੍ਰਿਤ ਵੇਲੇ ਤ੍ਰਿਵੈਣੀ ਵਿੱਚ ਇਸ਼ਨਾਨ ਕਰਕੇ ਅੰਤਰ ਧਿਆਨ ਹੋ ਕੇ ਪੁੱਤਰ ਵਾਸਤੇ ਅਕਾਲ ਪੁਰਖ ਦੀ ਅਰਾਧਨਾ ਕਰਦੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਨਿੱਤ ਅਰਾਧਨਾ ਤੇ ਜਾਂਚਨਾ ਅਕਾਲ ਪੁਰਖ ਦੇ ਦਰਬਾਰ ਵਿੱਚ ਪ੍ਰਵਾਨ ਹੋ ਗਈ। ਅਕਾਲ ਪੁਰਖ ਨੇ ਹੇਮਕੁੰਟ ਤੇ ਮਹਾਤਪਸਵੀ ਦੁਸ਼ਟ ਦਮਨ ਨੂੰ ਆਪ ਜੀ ਦੇ ਘਰ ਜਨਮ ਲੈਣ ਦੀ ਆਗਿਆ ਦਿੱਤੀ, ਜਿਸ ਨੇ ਪ੍ਰਵਾਨ ਕਰਕੇ ਸ੍ਰੀ ਦਸ਼ਮੇਸ਼ ਜੀ ਨੇ ਮਾਤਾ ਗੁਜਰੀ ਜੀ ਦੇ ਗਰਭ ਵਿੱਚ ਆਣ ਕੇ ਪ੍ਰਵੇਸ਼ ਕੀਤਾ। 6 ਮਹੀਨੇ ਸ੍ਰੀ ਗੁਰੂ ਜੀ ਨੇ ਪ੍ਰਾਗਰਾਜ ਵਿੱਚ ਨਿਵਾਸ ਰੱਖ ਕੇ ਅੱਗੇ ਦੀਆਂ ਸੰਗਤਾਂ ਦਾ ਉਧਾਰ ਕਰਨ ਵਾਸਤੇ ਇੱਥੋਂ ਚੱਲ ਪਏ। ਰਸਤੇ ਵਿੱਚ ਨਾਮਦਾਨ ਦਾ ਛੱਟਾ ਦਿੰਦੇ ਹੋਏ ਆਪ ਜੀ ਕਾਸ਼ੀ ਪੁੱਜ ਗਏ। ਸੰਗਤਾਂ ਆਪ ਜੀ ਦਾ ਆਉਣਾ ਸੁਣ ਕੇ ਦਰਸ਼ਨ ਨੂੰ ਆਈਆਂ। ਭੇਟਾ ਅਰਪਣ ਕਰਕੇ ਨਮਸਕਾਰ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ। ਇੱਕ ਦਿਨ ਆਪ ਜੀ ਪਾਸ ਨਗਰ ਦੇ ਪੰਡਤ ਲੋਕ ਚਰਚਾ ਕਰਨ ਆਏ। ਗੁਰੂ ਜੀ ਨੇ ਸਭ ਨੂੰ ਯਥਾਯੋਗ ਉੱਤਰ ਦੇ ਕੇ ਸੰਤੁਸ਼ਟ ਕੀਤਾ। ਸੰਗਤਾਂ ਦੀ ਬਹੁਤ ਆਵਾਜਾਈ ਨਾਲ ਆਪ ਜੀ ਪਾਸ ਭੀੜ ਲੱਗੀ ਰਹਿੰਦੀ। ਜੌਨਪੁਰ ਦੀ ਸੰਗਤ ਭੇਟਾ ਲੈ ਕੇ ਹਾਜ਼ਰ ਹੋਈ। ਗੁਰੂ ਜੀ ਨੇ ਸਭਾ ਦਾ ਸਨਮਾਨ ਕੀਤਾ ਤੇ ਯਥਾਯੋਗ ਸਿਰਪਾਉ ਬਖਸ਼ਿਸ਼ ਕੀਤੇ। ਜੌਨਪੁਰ ਦੀ ਪ੍ਰੇਮੀ ਸੰਗਤ ਦਾ ਮੁਖੀ ਭਾਈ ਗੁਰਬਖਸ਼ ਸੀ। ਉਸਨੇ ਸਾਰੀ ਰਾਤ ਗੁਰੂ ਜੀ ਪਾਸ ਕੀਰਤਨ ਕੀਤਾ। ਗੁਰੂ ਜੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ, "ਭਾਈ ਗੁਰਬਖਸ਼, ਤੂੰ ਜਮਾਂ ਦੀ ਫਾਹੀ ਤੋੜ ਦਿੱਤੀ ਹੈ। ਤੇਰੇ ਘਰ ਜਿਹੜਾ ਪੁੱਤਰ ਹੋਵੇਗਾ, ਉਹ ਭਗਤੀ ਭਾਵ ਨਾਲ ਕੀਰਤਨ ਕਰਨ ਵਾਲਾ ਹੋਵੇਗਾ। ਤੇਰੀ ਵੰਸ਼ ਦਾ ਕੀਰਤਨ ਬੜੇ ਪ੍ਰੇਮ ਨਾਲ ਸੰਗਤਾਂ ਸੁਣਿਆ ਕਰਨਗੀਆਂ।" ਉਪਰੰਤ ਸੰਗਤ ਗੁਰੂ ਜੀ ਦੇ ਦਰਸ਼ਨ ਪਰਸ਼ਨ ਕਰਕੇ ਤੇ ਖੁਸ਼ੀਆਂ ਪ੍ਰਾਪਤ ਕਰਕੇ ਵਿਦਾ ਹੋ ਗਈ। ਗੁਰੂ ਜੀ ਕਾਸ਼ੀ ਤੋਂ ਚੱਲ ਕੇ ਸਸਰਾਮ ਪਹੁੰਚੇ। ਇਸ ਨਗਰ ਵਿੱਚ ਇੱਕ ਪ੍ਰੇਮੀ ਸਿੱਖ ਭਾਈ ਫੱਗੂ ਰਹਿੰਦਾ ਸੀ। ਉਸ ਨੇ ਆਪਣਾ ਇੱਕ ਮਕਾਨ ਬਣਵਾਇਆ ਅਤੇ ਉਸ ਦਾ ਦਰਵਾਜ਼ਾ ਵੱਡਾ ਰੱਖਿਆ। ਉਸ ਦੇ ਅੱਗੇ ਕੁਝ ਖੁੱਲ੍ਹਾ ਵਿਹੜਾ ਰੱਖਿਆ। ਲੋਕਾਂ ਨੇ ਉਸ ਨੂੰ ਉੱਚਾ ਦਰਵਾਜ਼ਾ ਲਾਉਣ ਦਾ ਅਤੇ ਖੁੱਲ੍ਹਾ ਵਿਹੜਾ ਰੱਖਣ ਦਾ ਜਦ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, "ਮੈਂ ਮਕਾਨ ਬਣਾਉਣ ਲੱਗਿਆਂ ਪ੍ਰਣ ਕੀਤਾ ਸੀ ਕਿ ਜੇਕਰ ਗੁਰੂ ਜੀ ਅੰਤਰਜਾਮੀ ਹਨ, ਉਹ ਮੇਰਾ ਪ੍ਰੇਮ ਅਨੁਭਵ ਕਰਕੇ ਮੇਰੇ ਘਰ ਆ ਕੇ ਜ਼ਰੂਰ ਚਰਨ ਪਾਉਣਗੇ। ਇਹ ਘਰ ਮੈਂ ਉਹਨਾਂ ਵਾਸਤੇ ਬਣਵਾਇਆ ਹੈ। ਜਦ ਉਹ ਘੋੜੇ 'ਤੇ ਸਵਾਰ ਹੋ ਕੇ ਆਉਣਗੇ ਤਾਂ ਉਹਨਾਂ ਨੂੰ ਬਾਹਰ ਉਤਰਨਾ ਨਾ ਪਵੇ। ਚੜ੍ਹੇ ਚੜ੍ਹਾਏ ਹੀ ਮੇਰੇ ਵਿਹੜੇ ਵਿੱਚ ਆਣ ਕੇ ਘੋੜੇ ਤੋਂ ਉਤਰ ਕੇ ਆਪਣੇ ਸਿੰਘਾਸਨ ਉੱਤੇ ਬੈਠਣਗੇ ਅਤੇ ਸੰਗਤਾਂ ਖੁੱਲ੍ਹੇ ਵਿਹੜੇ ਵਿੱਚ ਬੈਠਣਗੀਆਂ। ਉਹ ਮੇਰਾ ਪ੍ਰੇਮ ਤੇ ਸ਼ਰਧਾ ਜ਼ਰੂਰ ਪੂਰੀ ਕਰਨਗੇ।" ਲੋਕਾਂ ਨੇ ਕਿਹਾ, "ਗੁਰੂ ਜੀ ਪੰਜਾਬ ਦੇਸ਼ ਵਿੱਚ ਨਿਵਾਸ ਰੱਖਦੇ ਹਨ। ਉਹ ਇੱਥੇ ਬਿਨਾਂ ਸੱਦਣ ਤੋਂ ਕਿਸ ਤਰ੍ਹਾਂ ਆ ਸਕਦੇ ਹਨ? ਇਸ ਕਰਕੇ ਤੇਰਾ ਇਹ ਪ੍ਰਣ ਨਿਸਫਲ ਹੈ।" ਫੱਗੂ ਨੇ ਕਿਹਾ, "ਤੁਹਾਨੂੰ ਨਹੀਂ ਪਤਾ ਕਿ ਪ੍ਰਭੂ ਆਪਣੇ ਦਾਸਾਂ ਦੇ ਪ੍ਰੇਮ ਦੇ ਵੱਸ ਹਨ। ਜਿਸ ਤਰ੍ਹਾਂ ਦਾਸਾਂ ਦੇ ਮਨ ਵਿੱਚ ਹੋਵੇ ਤਿਵੇਂ ਹੀ ਕਰਾਉਂਦੇ ਹਨ।" ਨਾਮਦੇਵ ਦੇ ਨਾਮ ਨਾਲ ਫਿਰ ਕੇ ਉਸ ਦਾ ਛੱਪਰ ਬਣਵਾਉਣ ਦਾ ਕੰਮ ਕੀਤਾ। ਪੰਡਿਆਂ ਦੇ ਪੰਡਤਾਂ ਨੂੰ ਪਿੱਛੇ ਕਰਕੇ ਦੇਹੁਰਾ ਫੇਰ ਕੇ ਨਾਮਦੇਵ ਦੇ ਅੱਗੇ ਕਰ ਦਿੱਤਾ। ਧੰਨੇ ਭਗਤ ਦੇ ਬੱਛੇ ਚਾਰੇ, ਲੱਸੀ ਨਾਲ ਰੋਟੀ ਖਾਧੀ, ਫਿਰ ਭੀਲਣੀ ਦੇ ਜੂਠੇ ਬੇਰ ਖਾਧੇ। ਬਿਦਰਦਾਸੀ ਪੁੱਤਰ ਦੇ ਘਰ ਰਾਤ ਸਾਗ ਪਾਤ ਖਾ ਕੇ ਵਿਸ਼ਰਾਮ ਕੀਤਾ। ਗੁਰੂ ਨਾਨਕ ਦੇਵ ਜੀ, ਜੋ ਆਦਿ ਗੁਰੂ ਹੋਏ ਹਨ, ਉਹ ਭਈ
ਭਾਈ ਲਾਲੋ ਤਰਖਾਣ ਦੇ ਘਰ ਗਏ, ਸਾਗ ਤੇ ਕੋਦਰੇ ਦੀ ਰੋਟੀ ਖਾਧੀ, ਕੋਈ ਜਾਤ-ਪਾਤ ਦੀ ਵਿਚਾਰ ਨਾ ਕੀਤੀ। ਪ੍ਰਭੂ ਪ੍ਰੇਮ ਦੇ ਵਸ ਹਨ। ਇਹ ਉਹਨਾਂ ਦੇ ਗੁਣ ਸੁਣ ਕੇ ਮੈਂ ਨਿਸ਼ਚਾ ਕੀਤਾ ਹੈ ਕਿ ਗੁਰੂ ਜੀ ਮੈਨੂੰ ਆਪਣਾ ਦਾਸ ਜਾਣ ਕੇ ਜ਼ਰੂਰ ਆਉਣਗੇ ਤੇ ਮੇਰੀ ਪ੍ਰਤਿੱਗਿਆ ਪੂਰੀ ਕਰਨਗੇ। ਜਿਸ ਤਰ੍ਹਾਂ ਚੰਦਨ ਦੇ ਬੂਟੇ ਦਾ ਸੰਗ ਕਰਕੇ ਸਾਰਾ ਜੰਗਲ ਹੀ ਚੰਦਨ ਬਣ ਜਾਂਦਾ ਹੈ, ਤਿਵੇਂ ਫੱਗੂ ਤੋਂ ਉਸਦਾ ਪ੍ਰਣ ਅਤੇ ਗੁਰੂ ਜੀ ਦੀ ਮਹਿਮਾ ਸੁਣ ਕੇ ਸਾਰੇ ਹੀ ਗੁਰੂ ਜੀ ਨੂੰ ਰਾਤ ਦਿਨ ਉਡੀਕਣ ਲੱਗੇ। ਇਹਨਾਂ ਸਿੱਖਾਂ ਦੇ ਮਨ ਦੀ ਗੱਲ ਜਾਣ ਕਰਕੇ ਅੰਤਰਜਾਮੀ ਗੁਰੂ ਜੀ ਕਾਸ਼ੀ ਤੋਂ ਚੱਲ ਕੇ ਮਿਰਜ਼ਾਪੁਰ ਆਏ। ਮਿਰਜ਼ਾਪੁਰ ਦੇ ਸਿੱਖਾਂ ਨੇ ਆਪ ਜੀ ਦੀ ਬਹੁਤ ਸੇਵਾ ਕੀਤੀ ਅਤੇ ਗੁਰੂ ਘਰ ਦੀ ਇਕੱਠੀ ਕੀਤੀ ਹੋਈ ਕਾਰ ਸੇਵਾ ਆਪ ਜੀ ਦੇ ਅਰਪਣ ਕੀਤੀ। 2 ਦਿਨ ਇੱਥੇ ਮੁਕਾਮ ਕਰਕੇ ਗੁਰੂ ਜੀ ਫੱਗੂ ਦੇ ਪ੍ਰੇਮ ਦੀ ਖਿੱਚ ਕਰਕੇ ਅੱਗੇ ਨੂੰ ਚੱਲ ਪਏ। ਰਸਤੇ ਵਿੱਚ ਕਰਮਨਾਸ਼ਾ ਨਦੀ ਉੱਤੇ ਆਣ ਕੇ ਇਸ਼ਨਾਨ ਕੀਤੇ ਅਤੇ ਦੱਸਿਆ ਕਿ ਇੱਕ ਤ੍ਰਿਸ਼ੰਕੂ ਰਾਜਾ ਹੋਇਆ ਹੈ। ਉਸ ਨੂੰ ਵਿਸ਼ਵਾਮਿੱਤਰ ਆਦਿ ਮੁਨੀਆਂ ਨੇ ਉਸ ਦੇ ਕੁਕਰਮਾਂ ਦਾ ਨਾਸ਼ ਕਰਨ ਵਾਸਤੇ ਬਹੁਤ ਸਾਰੇ ਤੀਰਥਾਂ ਦਾ ਜਲ ਲੈ ਕੇ ਇੱਥੇ ਇਸ਼ਨਾਨ ਕਰਾਇਆ ਸੀ, ਜਿਸ ਕਰਕੇ ਇਸ ਦਾ ਨਾਮ ਕਰਮਨਾਸ਼ ਹੋ ਗਿਆ। ਤ੍ਰਿਸ਼ੰਕੂ ਰਾਜਾ ਹਰੀਚੰਦ ਸਤਵਾਦੀ ਦਾ ਪਿਤਾ ਹੈ। ਇੱਥੋਂ ਗੁਰੂ ਜੀ ਸਾਰੇ ਸਾਥ ਨੂੰ ਹੌਲੀ-ਹੌਲੀ ਪਿੱਛੇ ਆਉਣ ਵਾਸਤੇ ਆਗਿਆ ਕਰਕੇ ਆਪ ਘੋੜੇ ਨੂੰ ਤੇਜ਼ ਤੋਰ ਕੇ ਫੱਗੂ ਦੇ ਘਰ ਜਾ ਪ੍ਰਵੇਸ਼ ਹੋਏ। ਆਪ ਜੀ ਨੂੰ ਇਸ ਤਰ੍ਹਾਂ ਅਚਨਚੇਤ ਵਿਹੜੇ ਵਿੱਚ ਆਏ ਵੇਖ ਕੇ ਸਾਰੇ ਲੋਕ ਹੈਰਾਨ ਹੋ ਗਏ ਕਿ ਇਹ ਦੇਵ ਸਰੂਪ ਆਕਾਸ਼ ਤੋਂ ਉਤਰ ਕੇ ਕੌਣ ਆ ਗਿਆ ਹੈ। ਇੰਨੇ ਨੂੰ ਫੱਗੂ ਵੀ ਆ ਗਿਆ। ਉਹ ਆਪ ਜੀ ਨੂੰ ਵੇਖ ਕੇ ਕਮਲ ਵਾਂਗ ਖਿੜ ਗਿਆ ਤੇ ਪਰੇਸ਼ਾਨੀ ਵਿੱਚ ਖੜੋਤਾ ਆਪ ਜੀ ਵੱਲ ਬਿਟ-ਬਿਟ ਵੇਖਦਾ ਰਿਹਾ। ਗੁਰੂ ਜੀ ਨੇ ਕਿਹਾ, ਫੱਗੂ, ਅਸੀਂ ਤੇਰੇ ਪ੍ਰਣ ਨੂੰ ਪੂਰਾ ਕਰਨ ਵਾਸਤੇ ਦੂਰ ਤੋਂ ਚੱਲ ਕੇ ਤੇਰੀ ਸ਼ਰਧਾ ਅਨੁਸਾਰ ਘੋੜੇ ਸਮੇਤ ਹੀ ਤੇਰੇ ਘਰ ਅੰਦਰ ਆਏ ਹਾਂ। ਗੁਰੂ ਜੀ ਦੇ ਇਹ ਬਚਨ ਸੁਣ ਕੇ ਫੱਗੂ ਨੂੰ ਨਿਸ਼ਚਾ ਹੋ ਗਿਆ ਕਿ ਜਿਨ੍ਹਾਂ ਨੂੰ ਮੈਂ ਰਾਤ ਦਿਨ ਆਰਾਧਨਾ ਕਰਕੇ ਉਡੀਕਦਾ ਸੀ, ਇਹ ਉਹੀ ਆ ਗਏ ਹਨ। ਤਤਛਿਣ ਹੀ ਆਪ ਜੀ ਦੇ ਚਰਨਾਂ 'ਤੇ ਸਿਰ ਰੱਖ ਕੇ ਫੱਗੂ ਨੇ ਮੱਥਾ ਟੇਕਿਆ ਤੇ ਜਿਹੜਾ ਪਲੰਘ 'ਤੇ ਵਿਛਾਈ ਆਪ ਜੀ ਵਾਸਤੇ ਤਿਆਰ ਕਰਵਾਈ ਹੋਈ ਸੀ, ਉਸ ਉੱਤੇ ਆਪ ਜੀ ਨੂੰ ਘੋੜੇ ਤੋਂ ਉਤਾਰ ਕੇ ਬਿਠਾਇਆ ਅਤੇ ਪ੍ਰੇਮ ਨਾਲ ਅੱਖਾਂ ਵਿੱਚ ਅੱਥਰੂ ਭਰ ਕੇ ਘੜੀ ਭਰ ਆਪ ਜੀ ਦੇ ਚਰਨਾਂ 'ਤੇ ਸਿਰ ਰੱਖ ਕੇ ਧੰਨ ਸੱਚੇ ਪਾਤਸ਼ਾਹ, ਦਾਸਾਂ ਦੀਆਂ ਆਸਾਂ ਪੂਰਾ ਕਰਨ ਵਾਲੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਖ ਕੇ ਆਪ ਜੀ ਦੀ ਮਹਿਮਾ ਕਰਦਾ ਰਿਹਾ। ਗੁਰੂ ਜੀ ਨੇ ਫੱਗੂ ਦੀ ਸ਼ਰਧਾ ਪ੍ਰੇਮ 'ਤੇ ਪ੍ਰਸੰਨ ਹੋ ਕੇ ਉਸ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਾਇਆ ਅਤੇ ਨਦਰੀ ਨਦਰ ਨਿਹਾਲ ਕਰਕੇ ਉਸ ਦੇ ਭਰਮ ਦੇ ਪਰਦੇ ਨਾਸ਼ ਕਰਕੇ ਬ੍ਰਹਮ ਗਿਆਨ ਦੀ ਸ਼ਕਤੀ ਬਖਸ਼ ਦਿੱਤੀ। ਫੱਗੂ ਨੇ ਗੁਰੂ ਜੀ ਨੂੰ ਕੁਝ ਦਿਨ ਬੜੇ ਪ੍ਰੇਮ ਨਾਲ ਆਪਣੇ ਪਾਸ ਰੱਖ ਕੇ ਤਨ ਮਨ ਕਰਕੇ ਪ੍ਰੇਮ ਨਾਲ ਸੇਵਾ ਕੀਤੀ। ਜਦ ਗੁਰੂ ਜੀ ਨੇ ਤੁਰਨ ਦੀ ਤਿਆਰੀ ਕੀਤੀ ਤਾਂ ਆਪ ਜੀ ਨੇ ਫੱਗੂ ਨੂੰ ਕਿਹਾ, ਭਾਈ ਫੱਗੂ, ਤੇਰੇ ਪਾਸ ਜਿਹੜੀ ਸਾਡੀ ਕਾਰ ਭੇਟਾ ਸਿੱਖਾਂ ਵੱਲੋਂ ਦਿੱਤੀ ਹੋਈ ਜਮ੍ਹਾਂ ਹੈ, ਉਸ ਨੂੰ ਦੇ। ਫੱਗੂ ਨੇ ਹੱਥ ਜੋੜ ਕੇ ਕਿਹਾ, ਮਹਾਰਾਜ, ਆਪ ਜੀ ਦੀ ਕਾਰ ਭੇਟਾ ਮੈਂ ਨਾਲੋਂ ਨਾਲ ਹੀ ਆਪ ਜੀ ਨੂੰ ਭੇਜਦਾ ਰਿਹਾ ਹਾਂ, ਹੋਰ ਮੇਰੇ ਪਾਸ ਜਮ੍ਹਾਂ ਨਹੀਂ ਹੈ। ਗੁਰੂ ਜੀ ਨੇ ਕਿਹਾ, ਉਸ ਅਮਕੇ ਪਿੰਡ ਸਿੱਖ ਦੇ ਘਰੋਂ ਜੋ ਤੈਨੂੰ ਕਾਰ ਭੇਟਾ ਵਜੋਂ ਮਿਲਿਆ ਸੀ, ਉਹ ਕੀ ਸੀ? ਫੱਗੂ ਨੇ ਕਿਹਾ, ਮਹਾਰਾਜ, ਉਹ ਬੜਾ ਗਰੀਬ ਸਿੱਖ ਸੀ। ਜਦ ਮੈਂ ਉਸ ਦੇ ਘਰ ਜਾ ਕੇ ਕਾਰ ਭੇਟਾ ਮੰਗੀ ਤਾਂ ਉਸ ਦੀ ਇਸਤਰੀ ਨੇ ਕਿਹਾ ਕਿ ਸਾਡੇ ਪਾਸ ਕਾਰ ਭੇਟਾ ਦੇਣ ਨੂੰ ਕੁਝ ਨਹੀਂ ਹੈ। ਮੈਂ ਕਿਹਾ, ਮੈਂ ਖਾਲੀ ਨਹੀਂ ਜਾਣਾ, ਕੁਝ ਲੈ ਕੇ ਹੀ ਜਾਣਾ ਹੈ। ਉਸ ਨੇ ਕਿਹਾ, ਜੇ ਖਾਲੀ ਨਹੀਂ ਜਾਣਾ ਤਾਂ ਆਹ ਕੂੜੇ ਦਾ ਢੇਰ ਪਿਆ ਹੈ, ਲੈ ਜਾ। ਮੈਂ ਉੱਥੋਂ ਕੂੜੇ ਦਾ ਇੱਕ ਬੁੱਕ ਭਰ ਕੇ ਪੱਲੇ ਬੰਨ੍ਹ ਕੇ ਲੈ ਆਂਦਾ। ਘਰ ਆਣ ਕੇ ਵੇਖਿਆ ਕਿ ਉਸ ਕੂੜੇ ਵਿੱਚ ਇੱਕ ਬੇਰੀ ਦਾ ਇੱਕ ਗਿੱਟਕ ਸੀ। ਉਹ ਗਿੱਟਕ ਮੈਂ ਇੱਥੇ ਬੀਜ ਦਿੱਤੀ, ਜਿਸ ਤੋਂ ਆਹ ਬੇਰੀ ਦਾ ਬ੍ਰਿਛ ਲੱਗਿਆ ਹੋਇਆ ਹੈ। ਆਪ ਜੀ ਨੇ ਵੇਖਿਆ ਹੈ, ਇਹ ਬੇਰੀ ਆਪ ਜੀ ਦੀ ਕਾਰ ਭੇਟਾ ਦੀ ਨਿਸ਼ਾਨੀ ਹੈ। ਇਹ ਲੈ ਲਵੋ, ਉਸ ਸਿੱਖ ਦੀ ਸਹਾਇਤਾ ਕਰੋ। ਇਹ ਵਾਰਤਾ ਸੁਣ ਕੇ ਸਾਰੇ ਸਿੱਖ ਪ੍ਰਸੰਨ ਹੋ ਗਏ। ਗੁਰੂ ਜੀ ਨੇ ਕਿਹਾ, ਫੱਗੂ, ਤੂੰ ਧੰਨ ਹੈ, ਤੇਰੇ ਹਿਰਦੇ ਅੰਦਰ ਲੋਭ ਨਹੀਂ ਹੈ, ਤੂੰ ਪਰਸਵਾਰਥੀ ਹੈ, ਤੂੰ ਸਿੱਖੀ ਨੂੰ ਸੰਭਾਲਣ ਵਾਲਾ ਥੰਬ ਹੈ, ਤੂੰ ਅਨੇਕਾਂ ਸਿੱਖਾਂ ਦਾ ਉਧਾਰ ਕਰੇਂਗਾ। ਤੇਰੇ ਉੱਤੇ ਗੁਰੂ ਘਰ ਦੀ ਬੜੀ ਖੁਸ਼ੀ ਹੋਈ ਹੈ, ਤੂੰ ਨਿਹਾਲ ਹੋਇਆ ਹੈ। ਗੁਰੂ ਜੀ ਦੇ ਪ੍ਰਸੰਨਤਾ ਵਾਲੇ ਬਚਨ ਸੁਣ ਕੇ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਸਾਡੀ ਭਾਵਨੀ ਪੂਰੀ ਕਰੋ। ਅਸਾਂ ਆਪ ਜੀ ਦੇ ਵਾਸਤੇ ਬਾਹਰ ਬਾਗ ਲਗਵਾਇਆ ਹੋਇਆ ਹੈ, ਜਿਸ ਵਿੱਚ ਆੜੂ, ਅਮਰੂਦ, ਅੰਬ, ਕੇਲਾ ਆਦਿਕ ਬਹੁਤ ਫਲਦਾਰ ਬੂਟੇ ਹਨ।
ਉਹਨਾਂ ਨੂੰ ਅਤੇ ਖੱਬਲ ਘਾਹ ਜੋ ਉਹਨਾਂ ਦੇ ਪਾਸੇ ਲਾਇਆ ਹੋਇਆ ਹੈ ਵੇਖ ਕੇ ਮਨ ਮੋਹਿਆ ਜਾਂਦਾ ਹੈ। ਭਾਂਤ-ਭਾਂਤ ਦੀ ਫੁਲਵਾੜੀ ਖਿੜੀ ਹੋਈ ਹੈ, ਆਪ ਜ਼ਰੂਰ ਉੱਥੇ ਚਰਨ ਪਾ ਕੇ ਸਾਡੇ ਪ੍ਰੇਮ ਨੂੰ ਨਿਵਾਜਣਾ ਕਰੋ। ਸਿੱਖ ਸੇਵਕਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਘੋੜੇ ਉੱਤੇ ਸਵਾਰ ਹੋ ਕੇ ਸਿੱਖ ਸੇਵਕਾਂ ਨਾਲ ਬਾਗ ਵਿੱਚ ਚਲੇ ਗਏ। ਗੁਰੂ ਜੀ ਨੂੰ ਇੱਕ ਸੁੰਦਰ ਪਲੰਘ ਉੱਤੇ ਬਿਠਾ ਕੇ ਬਹੁਤ ਸਾਰੇ ਫਲ ਅਤੇ ਫੁੱਲ ਭੇਟਾ ਕੀਤੇ। ਗੁਰੂ ਜੀ ਬਾਗ ਦੀ ਸੁੰਦਰਤਾ ਅਤੇ ਸੰਗਤ ਦਾ ਪ੍ਰੇਮ ਵੇਖ ਕੇ ਬਹੁਤ ਪ੍ਰਸੰਨ ਹੋਏ। ਸਾਰਾ ਦਿਨ ਬਾਗ ਵਿੱਚ ਹੀ ਬਤੀਤ ਕਰਕੇ ਸੰਧਿਆ ਸਮੇਂ ਗੁਰੂ ਜੀ ਵਾਪਿਸ ਨਗਰ ਵਿੱਚ ਆ ਗਏ ਤੇ ਇੱਕ ਧਰਮਸ਼ਾਲਾ ਵਿੱਚ ਜੋ ਸੰਗਤ ਨੇ ਆਪ ਜੀ ਦੇ ਵਾਸਤੇ ਪ੍ਰੇਮ ਨਾਲ ਬਣਵਾਈ ਸੀ ਆਣ ਉਤਰੇ। ਸਿੱਖ ਸੰਗਤ ਨੇ ਉੱਥੇ ਦੀਪਮਾਲਾ ਕੀਤੀ, ਸ਼ਬਦ ਕੀਰਤਨ ਕੀਤਾ ਅਤੇ ਫੁੱਲ ਵਰਖਾ ਕੀਤੀ। ਰਾਤ ਸੁੱਖ ਨਾਲ ਬਤੀਤ ਕਰਕੇ ਗੁਰੂ ਜੀ ਨੇ ਅੱਗੇ ਤੁਰਨ ਦੀ ਤਿਆਰੀ ਕਰ ਲਈ। ਸਸਰਾਮ ਤੋਂ ਚੱਲ ਕੇ ਗੁਰੂ ਜੀ ਗਿਆਸੁਰ ਦੈਂਤ ਦੇ ਛੇਤਰ ਗਇਆ ਨਗਰ ਵਿੱਚ ਪਹੁੰਚੇ। ਗੁਰੂ ਜੀ ਨੇ ਆਪਣਾ ਡੇਰਾ ਬਾਮਨੀ ਘਾਟ ਉੱਤੇ ਕੀਤਾ ਅਤੇ ਘੋੜੇ ਉੱਤੇ ਚੜ੍ਹ ਕੇ ਫਲਗੂ ਨਦੀ ਵਿੱਚ ਘੋੜੇ ਨੂੰ ਫੇਰਿਆ। ਛੇਤਰ ਦੇ ਪੰਡਤ ਤੇ ਪਾਂਡੇ ਗੁਰੂ ਜੀ ਦਾ ਆਉਣਾ ਸੁਣ ਕੇ ਮਿਲ ਕੇ ਗੁਰੂ ਜੀ ਪਾਸ ਆਏ ਅਤੇ ਯੰਨੂ ਭੇਟਾ ਕੀਤਾ। ਉਪਰੰਤ ਗੁਰੂ ਜੀ ਨੂੰ ਛੇਤਰ ਦਾ ਮਹਾਤਮ ਅਤੇ ਦਾਨ ਪੁੰਨ ਕਰਨ ਦਾ ਵਿਹਾਰ ਦੱਸ ਕੇ ਕਿਹਾ, ਆਪਣੇ ਪਿੱਤਰਾਂ ਦੇ ਉਧਾਰ ਵਾਸਤੇ, ਦੇਵਤਿਆਂ ਦੀ ਪ੍ਰਸੰਨਤਾ ਵਾਸਤੇ ਇਸ਼ਨਾਨ ਕਰਕੇ ਪਿੰਡ ਭਰਾਵੋ। ਗੁਰੂ ਜੀ ਨੇ ਕਿਹਾ, ਫਲਗੂ ਨਦੀ ਦਾ ਮਹਾਤਮ ਲਿਖਿਆ ਹੋਇਆ ਹੈ ਕਿ ਜਿਹੜਾ ਇਸ ਵਿੱਚ ਚਰਨ ਪਾਵੇ ਉਹ ਆਪਣੇ ਸਾਰੇ ਪਿੱਤਰਾਂ ਨੂੰ ਉਧਾਰ ਲੈਂਦਾ ਹੈ ਅਤੇ ਜੈਕਾਰ ਉਚਾਰਨ ਕਰਨ ਨਾਲ ਦੇਵਤੇ ਤ੍ਰਿਪਤ ਹੋ ਜਾਂਦੇ ਹਨ ਅਤੇ ਸਾਰੇ ਪਾਪਾਂ ਦਾ ਨਾਸ਼ ਕਰ ਦਿੰਦੇ ਹਨ। ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰੇ ਪੰਡਤ ਹੈਰਾਨ ਹੋ ਗਏ ਅਤੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆਪ ਵਿਸ਼ਨੂੰ ਅਵਤਾਰ ਹੋ, ਜੇਕਰ ਤੁਸੀਂ ਸ਼ਰਾਧ ਕਰਮ ਇੱਥੇ ਨਹੀਂ ਕਰੋਗੇ ਤਾਂ ਫਿਰ ਹੋਰ ਕੋਈ ਵੀ ਨਹੀਂ ਕਰੇਗਾ, ਜਿਸ ਨਾਲ ਸਾਡੀ ਉਪਜੀਵਿਕਾ ਮਾਰੀ ਜਾਏਗੀ ਤੇ ਅਸੀਂ ਦੁਖੀ ਹੋ ਜਾਵਾਂਗੇ। ਪੰਡਤਾਂ ਦੀ ਬੇਨਤੀ ਸੁਣ ਕੇ ਗੁਰੂ ਜੀ ਘੋੜੇ ਤੋਂ ਹੇਠਾਂ ਉਤਰ ਆਏ ਅਤੇ ਫਲਗੂ ਵਿੱਚ ਇਸ਼ਨਾਨ ਕਰਕੇ ਪੰਡਤਾਂ ਨੂੰ ਕਿਹਾ ਕਿ ਜਿੰਨਾ ਚਾਹੁੰਦੇ ਹੋ ਧਨ ਮੰਗ ਲਵੋ। ਪੰਡਤਾਂ ਨੇ ਕਿਹਾ, ਮਹਾਰਾਜ ਸਾਨੂੰ ਸਰਬੰਸ ਦਾਨ ਦਿਓ। ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਵਿਚਾਰਿਆ ਕਿ ਇਹ ਸਭ ਮਾਇਆ ਦੇ ਭੁੱਖੇ ਹਨ। ਇਹ ਵਿਚਾਰ ਕਰਕੇ ਗੁਰੂ ਜੀ ਨੇ ਇੱਕ ਪਰਨਾ, ਹੱਥ ਸਾਫ਼ ਕਰਨ ਵਾਲਾ ਅਤੇ ਇੱਕ ਚਾਦਰ ਰੱਖ ਲਈ। ਬਾਕੀ ਸਭ ਕੁਝ ਪਾਸ ਸੀ ਪੰਡਤਾਂ ਨੂੰ ਦੇ ਦਿੱਤਾ। ਪੰਡਤਾਂ ਨੇ ਧਨ ਲੈ ਕੇ ਗੁਰੂ ਜੀ ਦੀ ਬੜੀ ਜੈ ਜੈਕਾਰ ਕੀਤੀ। ਉਪਰੰਤ ਪੰਡਤਾਂ ਨੇ ਸਲਾਹ ਕਰਕੇ ਵਿਚਾਰਿਆ ਕਿ ਇਹ ਜਗਤ ਗੁਰੂ ਹਨ, ਹੁਣ ਇਹਨਾਂ ਪਾਸੋਂ ਇੱਕ ਚਿੱਠੀ ਲਿਖਵਾ ਲਵੋ ਕਿ ਜਿੰਨੀ ਵੀ ਤੁਹਾਡੀ ਸਿੱਖੀ ਸੇਵਕੀ ਹੈ ਉਹ ਸਭ ਪਾਸੋਂ ਦਾਨ ਲੈਣ ਦੇ ਅਸੀਂ ਅਧਿਕਾਰੀ ਹੋਵਾਂਗੇ। ਇਹ ਸਲਾਹ ਕਰਕੇ ਗੁਰੂ ਜੀ ਪਾਸ ਆਣ ਕੇ ਉਹਨਾਂ ਨੂੰ ਕਿਹਾ, ਸਾਨੂੰ ਪੱਤਰ ਲਿਖ ਕੇ ਦਿਓ ਕਿ ਤੁਹਾਡੀ ਸਾਰੀ ਸਿੱਖੀ ਸਾਨੂੰ ਦਾਨ ਦਿਆ ਕਰੇਗੀ। ਗੁਰੂ ਜੀ ਨੇ ਹੱਸ ਕੇ ਕਿਹਾ, ਪੰਡਤ ਜੀ ਇੰਨਾ ਲੋਭ ਨਹੀਂ ਕਰੀਦਾ, ਜੋ ਕੁਝ ਪ੍ਰਾਪਤ ਹੋਵੇ ਉਸ ਤੇ ਸੰਤੁਸ਼ਟ ਰਹਿਣਾ ਚਾਹੀਦਾ ਹੈ। ਇਹ ਵਚਨ ਕਰਕੇ ਗੁਰੂ ਜੀ ਚੁੱਪ ਕਰ ਰਹੇ ਤੇ ਖਾਣ ਪਾਣ ਕਰਕੇ ਰਤਾ ਵਿਸ਼ਰਾਮ ਕੀਤਾ। ਸਵੇਰੇ ਉੱਠ ਕੇ ਜਥਾਜੋਗ ਕਾਰਜ ਸਾਧ ਕੇ ਆਪਣੀ ਸੰਗਤ ਨਾਲ ਪਰਿਵਾਰ ਨੂੰ ਲੈ ਕੇ ਚੱਲ ਪਏ ਤੇ ਚਲਦੇ ਚਲਦੇ ਪਟਨੇ ਪਹੁੰਚ ਕੇ ਇੱਕ ਜੇਤਾ ਸੇਠ ਦੇ ਘਰ ਚਲੇ ਗਏ। ਜੇਤਾ ਸੇਠ ਪਟਨੇ ਸ਼ਹਿਰ ਵਿੱਚ ਆਲਮ ਮਹੱਲੇ ਵਿੱਚ ਰਹਿੰਦਾ ਸੀ ਅਤੇ ਹਲਵਾਈ ਦੀ ਦੁਕਾਨ ਕਰਦਾ ਸੀ। ਜਿਹੜਾ ਕੋਈ ਗੁਰੂ ਕਾ ਸਿੱਖ ਮਿਲਦਾ ਸੀ ਉਸਨੂੰ ਚਰਨਾਂ ਤੇ ਮੱਥਾ ਟੇਕ ਕੇ 5 ਪੂੜੀਆਂ ਭੇਟਾ ਕਰਦਾ ਸੀ। ਰਾਤ ਦਿਨ ਗੁਰੂ ਗੁਰੂ ਜਪਦਾ ਰਹਿੰਦਾ ਸੀ। ਸਰੀਰ ਦਾ ਲਿੱਸਾ ਸੀ ਤੇ ਮੈਲੇ ਕੱਪੜੇ ਪਹਿਨਦਾ ਸੀ। ਲੋਭੀ ਲਾਲਚੀ ਨਹੀਂ ਸੀ। ਇਸ਼ਨਾਨ ਕਰਦੇ ਨੂੰ ਕਦੇ ਕਿਸੇ ਨਹੀਂ ਸੀ ਵੇਖਿਆ। ਇੱਕ ਦਿਨ ਇੱਕ ਗੁਰਸਿੱਖ ਨੇ ਪੁੱਛਿਆ, ਸੇਠ ਜੀ ਤੁਸੀਂ ਇਸ਼ਨਾਨ ਕਿਉਂ ਨਹੀਂ ਕਰਦੇ ਹੁੰਦੇ ਤੇ ਕੱਪੜੇ ਮੈਲੇ ਕਿਉਂ ਰੱਖਦੇ ਹੋ? ਜੈਤੇ ਨੇ ਕਿਹਾ, ਜੇਕਰ ਤੁਸੀਂ ਮੇਰੀ ਸਾਰੀ ਕਿਰਿਆ ਵੇਖਣੀ ਚਾਹੁੰਦੇ ਹੋ ਤਾਂ ਮੇਰੇ ਘਰ ਮੇਰੇ ਪਾਸ ਰਹਿ ਕੇ ਵੇਖ ਲਵੋ। ਉਸਦੀ ਗੱਲ ਸੁਣ ਕੇ ਦੋ ਸਿੱਖ ਉਸਦੇ ਘਰ ਰਹਿ ਕੇ ਜੋ ਕੁਝ ਉਹ ਕਰਦਾ ਸੋ ਵੇਖਦੇ ਰਹੇ। ਆਪਣੀ ਹਲਵਾਈ ਦੀ ਦੁਕਾਨ ਤੋਂ ਘਰ ਆਣ ਕੇ ਉਹ ਬੈਠ ਕੇ ਨਾਮ ਸਿਮਰਨ ਕਰਦਾ ਰਿਹਾ। ਜਦ ਇੱਕ ਪਹਿਰ ਰਾਤ ਬਾਕੀ ਰਹਿ ਗਈ ਤਾਂ ਸੇਠ ਨੇ ਉੱਠ ਕੇ ਸ਼ੌਚ ਪਾਣੀ ਕੀਤਾ। ਉਪਰੰਤ ਉਸਦੇ ਇਸ਼ਨਾਨ ਵਾਸਤੇ ਉਸ ਸਮੇਂ ਉਸਦੇ ਘਰ ਸੁਰਸਰੀ ਆਈ ਅਤੇ ਇੱਕ ਵੱਡਾ ਹੌਰਟ ਪਾਣੀ ਨਾਲ ਭਰ ਗਿਆ। ਉਸ ਸੁਰਸਰੀ ਦੇ ਜਲ ਨਾਲ ਸੇਠ ਨੇ ਉਹਨਾਂ ਸਿੱਖਾਂ ਦੇ ਸਾਹਮਣੇ ਇਸ਼ਨਾਨ ਕੀਤਾ ਤੇ ਦਿਨ ਚੜ੍ਹਨ ਤੱਕ ਨਾਮ ਸਿਮਰਨ ਕਰਦਾ ਰਿਹਾ। ਇਹ ਉਸਦਾ ਸਾਰਾ ਕੰਮ ਵੇਖ ਕੇ ਉਹਨਾਂ ਸਿੱਖਾਂ ਨੇ ਸੰਗਤਾਂ ਵਿੱਚ ਆਣ ਕੇ ਉਸਦੀ ਬਹੁਤ ਵਡਿਆਈ ਕੀਤੀ
ਉਹਨਾਂ ਨੇ ਦੱਸਿਆ ਕਿ ਇਸ ਦੇ ਘਰ ਪਹਿਰ ਰਾਤ ਰਹਿੰਦੀ ਗੰਗਾ ਇਸ ਨੂੰ ਇਸ਼ਨਾਨ ਕਰਾਉਣ ਆਉਂਦੀ ਹੈ। ਜੈਤਾ ਸੇਠ ਰੋਜ਼ ਹੀ ਗੰਗਾ ਜਲ ਨਾਲ ਇਸ਼ਨਾਨ ਕਰਕੇ ਭਜਨ ਸਿਮਰਨ ਕਰਦਾ ਸੀ ਤੇ ਅਰਦਾਸ ਕਰਦਾ ਸੀ ਕਿ ਮੇਰੇ ਘਰ ਗੁਰੂ ਜੀ ਆਣ ਕੇ ਮੇਰੇ ਹੱਥ ਦਾ ਪ੍ਰਸ਼ਾਦ ਛਕਣ ਔਰ ਮੇਰਾ ਜਨਮ ਸਫਲਾ ਕਰਨ। ਅੰਤਰਜਾਮੀ ਸਤਿਗੁਰੂ ਜੀ ਉਸ ਦੇ ਮਨ ਦੀ ਅਵਸਥਾ ਨੂੰ ਜਾਣ ਕਰਕੇ ਉਸ ਦੇ ਘਰ ਪਹੁੰਚ ਗਏ। ਗੁਰੂ ਜੀ ਦਾ ਆਉਣਾ ਸੁਣ ਕੇ ਜੇਤੇ ਸੇਠ ਨੂੰ ਚਾਅ ਚੜ੍ਹ ਗਿਆ। ਉਸਨੇ ਗੁਰੂ ਜੀ ਨੂੰ ਇੱਕ ਬੜੇ ਸੁੰਦਰ ਪਲੰਘ ਉੱਤੇ ਆਸਣ ਲਵਾਇਆ ਤੇ ਆਪਣੇ ਹੱਥ ਨਾਲ ਭੋਜਨ ਤਿਆਰ ਕਰਕੇ ਗੁਰੂ ਜੀ ਨੂੰ ਛਕਾਇਆ ਤੇ ਸਭ ਡੇਰੇ ਨੂੰ ਬੜੇ ਪ੍ਰੇਮ ਨਾਲ ਪ੍ਰਸ਼ਾਦ ਪਾਣੀ ਛਕਾਇਆ ਅਤੇ ਵਿਸ਼ਰਾਮ ਕਰਾਇਆ। ਪਟਨੇ ਸ਼ਹਿਰ ਦੀ ਸੰਗਤ ਗੁਰੂ ਜੀ ਦਾ ਆਉਣਾ ਸੁਣ ਕੇ ਬੜੀ ਆਨੰਦ ਹੋਈ ਤੇ ਦਰਸ਼ਨ ਕਰਨ ਵਾਸਤੇ ਭੇਟਾਂ ਲੈ ਕੇ ਹਾਜ਼ਰ ਹੋਣ ਲੱਗੀ। ਸੰਗਤ ਅਨੇਕਾਂ ਪ੍ਰਕਾਰ ਦੇ ਸੁੰਦਰ ਬਸਤਰ, ਗਹਿਣੇ ਅਤੇ ਧਨ ਆਦਿਕ ਆਣ ਕੇ ਗੁਰੂ ਜੀ ਦੇ ਅੱਗੇ ਭੇਟਾਂ ਅਰਪਣ ਕਰਦੀ ਤੇ ਦਰਸ਼ਨ ਕਰਕੇ ਕਿਰਤਾਰਥ ਹੁੰਦੀ। ਗੁਰੂ ਜੀ ਦਾ ਜਸ਼ ਬਹੁਤ ਫੈਲ ਗਿਆ। ਇਸ ਦੇਸ਼ ਦੇ ਮਸੰਦ ਆਪਣੇ ਨਾਲ ਬਹੁਤ ਸੰਗਤਾਂ ਲੈ ਕੇ ਆਏ, ਜਿਨ੍ਹਾਂ ਨੇ ਗੁਰੂ ਜੀ ਨੂੰ ਬਹੁਤ ਧਨ ਭੇਟਾ ਕੀਤਾ। ਗੁਰੂ ਜੀ ਦੇ ਦਰਸ਼ਨਾਂ ਨੂੰ ਇੰਨੀ ਬੇਅੰਤ ਸੰਗਤ ਆਉਂਦੀ ਕਿ ਖਲੋਣ ਨੂੰ ਥਾਂ ਨਹੀਂ ਸੀ ਰਹਿੰਦੀ। ਪਟਨੇ ਦੀ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਵੱਡੇ ਭਾਗ ਹਨ ਜੋ ਆਪ ਜੀ ਨੇ ਇੱਥੇ ਆਣ ਕੇ ਸਾਨੂੰ ਨਿਹਾਲ ਕੀਤਾ ਹੈ। ਅਸੀਂ ਆਪਣੀ ਵਿੱਤ ਅਨੁਸਾਰ ਤੁਹਾਡੀ ਸੇਵਾ ਕਰਾਂਗੇ। ਆਪ ਜੀ ਇੱਥੇ ਹੀ ਟਿਕੇ ਰਹੋ। ਅਸੀਂ ਆਪਣੇ ਘਰ ਦਾ ਕਾਰ ਵਿਹਾਰ ਕਰਦੇ ਰਹਾਂਗੇ ਤੇ ਆਪ ਜੀ ਦੇ ਦਰਸ਼ਨਾਂ ਦਾ ਲਾਭ ਵੀ ਪ੍ਰਾਪਤ ਕਰਦੇ ਰਹਾਂਗੇ। ਇਸ ਤਰ੍ਹਾਂ ਸੰਗਤ ਨੇ ਬੜੇ ਪ੍ਰੇਮ ਨਾਲ ਬੇਨਤੀ ਕੀਤੀ ਤੇ ਆਪਸ ਵਿੱਚ ਸਲਾਹ ਕਰਕੇ ਆਪ ਜੀ ਦੇ ਨਿਵਾਸ ਵਾਸਤੇ ਸੁੰਦਰ ਮਕਾਨ ਤਿਆਰ ਕਰਵਾ ਕੇ ਉਸ ਵਿੱਚ ਆਪ ਦਾ ਨਿਵਾਸ ਕਰਾ ਦਿੱਤਾ। ਗੁਰੂ ਜੀ ਇੱਥੇ ਆਪਣੀ ਮਾਤਾ ਨਾਨਕੀ, ਮਹਿਲ ਸ਼੍ਰੀ ਗੁਜਰੀ ਜੀ ਅਤੇ ਉਹਨਾਂ ਦੇ ਭਰਾਤਾ ਕਿਰਪਾਲ ਜੀ ਨਾਲ ਬੜੇ ਸੁੱਖ ਨਾਲ ਰਹਿਣ ਲੱਗੇ।